वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 27। ਭਾਗ ਦੂਜਾ। ਗੁਰਪਿਤਾ ਦੀ ਛਾਂ ਹੇਠ 7 ਸਾਲ। ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਹੁਕਮ ਕੀਤਾ ਸੀ ਕਿ ਜਿਸ ਥਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨਾਂ ਨਾਲ ਪੁਨੀਤ ਕੀਤਾ ਸੀ ਉੱਥੇ ਹੀ ਨਵਾਂ ਸ਼ਹਿਰ ਬਣਾਉਣਾ। ਇਸ ਹੁਕਮ ਤੇ ਟੁਰਦੇ ਉਹ ਨਗਰ ਸਾਜਣ ਲਈ ਆਏ ਅਤੇ ਸ਼ਹਿਰ ਦਾ ਨਾਂ ਗੁਰੂ ਕਾ ਚੱਕ ਰੱਖਿਆ। ਪਿੱਛੋਂ ਇਸੇ ਦਾ ਹੀ ਨਾਂ ਰਾਮਦਾਸਪੁਰਾ ਅਤੇ ਫਿਰ ਅੰਮ੍ਰਿਤਸਰ ਪ੍ਰਸਿੱਧ ਹੋਇਆ। ਇਸ ਦੀ ਮੋੜੀ ਹਾੜ ਦੀ ਸੰਗਰਾਂਦ ਵਾਲੇ ਦਿਨ ਸੰਮਤ 1674 ਨੂੰ ਰੱਖੀ ਸੀ। ਗੁਰੂ ਅਮਰਦਾਸ ਜੀ ਆਪੂ ਅੰਮ੍ਰਿਤਸਰ ਦਾ ਮੋਟਾ ਖਾਕਾ ਖਿੱਚ ਕੇ ਦੇ ਗਏ ਸਨ। ਉਹਨਾਂ ਦੇ ਹੀ ਬਚਨ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹਨ ਕਿ ਲਾਹੌਰ ਕੇਵਲ ਇੱਕ ਸ਼ਹਿਰ ਹੈ, ਪਰ ਜੋ ਅੰਮ੍ਰਿਤਸਰ ਉਸਰੇਗਾ ਉਹ ਮਨੁੱਖ ਜਾਤੀ ਲਈ ਕਲਿਆਣਕਾਰੀ ਹੋਵੇਗਾ। ਅੰਮ੍ਰਿਤਸਰ ਦੀ ਵਸੋਂ ਸ਼ਹਿਰ ਦੀ ਤੜਕ ਭੜਕ ਵਿੱਚ ਵਾਹਿਗੁਰੂ ਨਹੀਂ ਵਿਸਾਰੇਗੀ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਭਾਈ ਮਣੀ ਸਿੰਘ ਜੀ ਦੇ ਕਥਨ ਅਨੁਸਾਰ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਪੁਰਖਾ ਕੋਈ ਤੀਰਥ ਮਦਰ ਦੇਸ਼ ਵਿੱਚ ਕਰੀਏ ਜੋ ਤਰਲੋਕੀ ਦੇ ਸਭਨਾਂ ਦਾ ਫਲ ਹੋਵੇ। ਜਿਸ ਦੇ ਇਸ਼ਨਾਨ ਕਰਨ ਦੇ ਫਲ ਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਮੋਹਨ ਜੀ ਅਤੇ ਮੋਹਰੀ ਜੀ ਦੇ ਸਾਰੇ ਪਰਿਵਾਰ ਨੂੰ ਕਿਹਾ, ਹਮਕੋ ਗੁਰ ਕੀ ਆਗਿਆ ਹੈ ਸੁਦਾ ਸਰੋਵਰ ਕੋ ਬਣਾਵਨ, ਤੁਮ ਵੀ ਆਇਸ ਕਰੋ ਕਲਾਵਨ। ਗਿਆਨੀ ਗਿਆਨ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਲਈ ਬੂਟੀ ਲੈ ਕੇ ਗਏ ਸਨ ਅਤੇ ਲਗਾਉਣ ਨਾਲ ਰਿਸ ਦਾ ਅੰਗੂਠਾ ਨਰੋਆ ਹੋਇਆ ਸੀ। ਸੂਰਜ ਪ੍ਰਕਾਸ਼ ਦੇ ਲਿਖੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਹੀ ਹੁਕਮ ਕੀਤਾ ਸੀ, ਗ੍ਰਾਮ ਤੁੰਗ ਤੇ ਇਹ ਉਚੇਰੇ ਗਿਲਵਾਲੀ ਤੇ ਲਖੂਹੂ ਪਰੇਰੇ ਹੈ ਸੁਲਤਾਨ ਪਿੰਡ ਜਿਸ ਨਾਮ ਤਿਸ ਤੇ ਪਸ਼ਚਮ ਦਿਸ਼ ਅਭਿਰਾਮ, ਤਾਹਾਂ ਜਾਏ ਕਰ ਗ੍ਰਾਮ ਵਸਾਵੋ ਸੁੰਦਰ ਆਪਣੇ ਸਦਨ ਬਣਾਵੋ। ਇੱਥੋਂ ਤੱਕ ਕਿਹਾ ਸੀ ਕਿ ਜਿਤਨਾ ਧਨ ਲੱਗੇ ਬਾਬਾ ਬੁੱਢਾ ਜੀ ਪਾਸੋਂ ਲੈ ਲੈਣਾ। ਗਸ਼ਟੀਅਰ ਅੰਮ੍ਰਿਤਸਰ ਦੇ ਕਥਨ ਅਨੁਸਾਰ 100 ਰੁਪਏ ਵੱਟੇ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਇਹ ਥਾਂ ਖਰੀਦੀ ਜਿੱਥੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਅਕਬਰ ਵੱਲੋਂ ਬੀਬੀ ਭਾਨੀ ਦੇ ਨਾਂ ਲਗਾਈ ਜ਼ਮੀਨ ਭਾਵੇਂ ਲਾਗੇ ਹੀ ਸੀ, ਪਰ ਉਸ ਥਾਂ ਤੇ ਸ਼ਹਿਰ ਵਸਾਉਣਾ ਉਚਿਤ ਨਾ ਜਾਤਾ। ਗੁਰੂ ਰਾਮਦਾਸ ਜੀ ਨੇ ਫਰਮਾਇਆ ਸੀ, ਫਕੀਰਾਂ ਦੀ ਜਗੀਰ 4 ਚੱਕ ਹੈ। ਅਸੀਂ ਗੁਰੂ ਘਰ ਨੂੰ ਕਿਸੇ ਦਾ ਜਗੀਰਦਾਰ ਨਹੀਂ ਕਰਨਾ ਚਾਹੁੰਦੇ। ਜਿਸ ਤਰ੍ਹਾਂ ਮੇਘ ਬਰਸੇ ਤੇ ਸਾਵਣ ਵਿੱਚ ਮੱਛਰ ਬ੍ਰਿਖ ਸਰਪ ਪੈਦਾ ਹੋ ਕੇ ਦੁਖਦਾਈ ਹੁੰਦੇ ਹਨ, ਐਸੀ ਜਗੀਰ ਵੀ ਕਾਮ ਕ੍ਰੋਧ ਲੋਭ ਮੋਹ ਈਰਖਾ ਬਖੀਲੀ ਪ੍ਰਾਧੀਨਤਾ ਲੜਾਈ ਝਗੜੇ ਪੈਦਾ ਕਰਨ ਵਾਲੀ ਹੈ। ਇਹ ਟਪਲਾ ਹੈ ਕਿ ਅੰਮ੍ਰਿਤਸਰ ਉਸ ਸਥਾਨ ਤੇ ਵਸਾਇਆ ਜੋ ਜ਼ਮੀਨ ਅਕਬਰ ਵੱਲੋਂ ਬੀਬੀ ਭਾਨੀ ਜੀ ਨੂੰ ਦਿੱਤੀ ਗਈ ਸੀ। ਮਹਿਮਾ ਪ੍ਰਕਾਸ਼ ਨੇ ਠੀਕ ਲਿਖਿਆ ਹੈ ਕਿ ਇਹ ਥਾਂ ਜਿੱਥੇ ਤਾਲ ਨਗਰ ਵਸਾਇਆ ਸੁਲਤਾਨ ਵਿੰਡ ਦੀ ਜੂਹ ਸੀ ਅਤੇ ਇਹ ਦੇਖ ਕੇ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਇਹ ਹੀ ਪੁਨੀਤ ਥਾਂ ਹੈ। ਅਸੀਂ ਸਿਰਫ ਪ੍ਰਗਟ ਕਰ ਰਹੇ ਹਾਂ। ਇਹ ਆਰਥਿਕ ਕੇਂਦਰ ਵੀ ਹੋਵੇਗਾ ਅਤੇ ਅਧਿਆਤਮਿਕ ਚਾਨਣ ਮੁਨਾਰਾ ਵੀ। ਜਗ ਮੁਕਤ ਭੁਗਤ ਕੋ ਬਣੇ ਸਮਾਜ। ਉੱਥੇ ਪਹਿਲਾਂ ਸਰੋਵਰ ਬਣਾਇਆ, ਫਿਰ ਰਿਹਾਇਸ਼ੀ ਮਕਾਨ, ਬਾਜ਼ਾਰ ਅਤੇ ਦੀਵਾਨ ਖਾਨੇ, ਮਹੱਲ ਅਤੇ ਟਿਕਾਣੇ। ਭਗਤ ਸਰੋਵਰ ਅੰਮ੍ਰਿਤ ਭਰਾ ਗੁਰ ਸ਼੍ਰੀ ਮੁਖ ਨਾਮ ਅੰਮ੍ਰਿਤਸਰ ਧਰਾ। ਭਾਈ ਕੇਸਰ ਜੀ ਲਿਖਦੇ ਹਨ ਕਿ ਪਹਿਲਾਂ ਇਸ ਤੀਰਥ ਦੇ 2 ਨਾਂ ਪੈ ਗਏ ਸਨ, ਕੋਈ ਰਾਮਦਾਸਸਰ ਅਤੇ ਕੋਈ ਅੰਮ੍ਰਿਤਸਰ ਕਹਿੰਦਾ ਸੀ, ਪਰ ਛੇਤੀ ਹੀ ਸਾਰੇ ਅੰਮ੍ਰਿਤਸਰ ਹੀ ਕਹਿਣ ਲੱਗ ਪਏ। ਦੋਏ ਨਾਮ ਤੀਰਥ ਦੇ ਪਏ ਸੰਸਾਰ, ਕੋਈ ਕਹੇ ਰਾਮਦਾਸਸਰ ਕੋਈ ਕਹੇ ਅੰਮ੍ਰਿਤਸਰ ਉਚਾਰ। ਪਰ ਜਦ ਗੁਰੂ ਅਰਜਨ ਦੇਵ ਜੀ ਨੇ ਆ ਕੇ ਫੇਰ ਉਸਾਰੀ ਲਵਾਈ ਤਾਂ ਨਾਂ ਅੰਮ੍ਰਿਤਸਰ ਪੈ ਚੁੱਕਾ ਸੀ। ਉਸਾਰੀ ਫੇਰ ਲਵਾਈ ਅੰਮ੍ਰਿਤਸਰ, ਨਾਲੇ ਸਰ ਬਣੇ ਨਾਲੇ ਬਣੇ ਨਗਰ ਵਿੱਚ ਘਰ। ਭਾਈ ਗੁਰਦਾਸ ਜੀ ਦੀ ਅਕੱਟ ਗਵਾਹੀ ਹੁੰਦਿਆਂ ਹੋਰ ਕਿਸੇ ਰਾਏ ਨੂੰ ਦੁਹਰਾਉਣ ਦੀ ਲੋੜ ਨਹੀਂ ਰਹਿ ਜਾਂਦੀ। ਉਹਨਾਂ ਦਾ ਲਿਖਣਾ ਹੈ ਕਿ ਇਹ ਸਰੋਵਰ ਖੁਦਵਾਉਣ ਦਾ ਸਭ ਤੋਂ ਉੱਦਮ ਗੁਰੂ ਰਾਮਦਾਸ ਜੀ ਦਾ ਸੀ ਅਤੇ ਉਹਨਾਂ ਹੀ ਅੰਮ੍ਰਿਤਸਰ ਉਸਾਰਿਆ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਅੰਮ੍ਰਿਤਸਰ ਦੀ ਮਹੱਤਤਾ ਦਰੜਾਉਂਦੇ ਬਚਨ ਕੀਤੇ ਕਿ ਪੰਛੀ ਉੜਦੇ ਉੱਤੋਂ ਲੰਘਦੇ ਵੀ ਮੁਕਤ ਹੋਣਗੇ।
इस सरोवर ऊपर उड़ते जाए, कोई पंछी सहज सुभाए। बिना जतन सुभगत को पए, पाए भगत हर चरण समाए। ਇਹ ਬਚਨ ਵੀ ਕੀਤਾ ਕਿ ਇਹ ਤਾਂ ਮੁਕਤ ਭੁਗਤ ਦੀ ਸੀੜੀ ਹੀ ਬਣਾਈ ਹੈ। ਸਿੱਖਾਂ ਦੀ ਭਗਤ ਮਾਲ ਵਿੱਚ ਵੀ ਜ਼ਿਕਰ ਹੈ ਕਿ ਭਾਈ ਪੈੜਾ ਅਤੇ ਸੰਗਰ ਜੀ ਗੁਰੂ ਅਰਜਨ ਜੀ ਪਾਸ ਆਏ ਤਾਂ ਉਹਨਾਂ ਸ਼੍ਰੀ ਅੰਮ੍ਰਿਤਸਰ ਦੀ ਮਹੱਤਤਾ ਪੁੱਛੀ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਤੀਜੇ ਪਾਤਸ਼ਾਹ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਬਚਨ ਕੀਤਾ ਸੀ, ਪੁਰਖਾ ਕਲਯੁਗ ਦੇ ਜੀਆਂ ਦੀਆਂ ਆਰਜਾਵਾਂ ਛੋਟੀਆਂ ਹੋਣਗੀਆਂ ਅਤੇ ਬੁੱਧਾਂ ਮੋਟੀਆਂ, ਸੋ ਐਸਾ ਤੀਰਥ ਬਣਾਇਆ ਜਾਵੇ ਜਿੱਥੇ ਉਹਨਾਂ ਨੂੰ ਥੋੜ੍ਹੇ ਚਿਰ ਵਿੱਚ ਹੀ ਜੀਵਨ ਰਾਹ ਵਿਵੇਕ ਬੁੱਧੀ ਮਿਲੇ। ਸ਼੍ਰੀ ਅੰਮ੍ਰਿਤਸਰ ਇਸ ਕਾਰਨ ਸਾਜਿਆ ਹੈ। ਇੱਕ ਵਾਰੀ ਫੇਰ ਭਾਈ ਜੋਧ ਅਤੇ ਭਾਈ ਦੇਸੀ ਜੀ ਦੇ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਸ਼੍ਰੀ ਅੰਮ੍ਰਿਤਸਰ ਨਿਰੰਕਾਰ ਦੀ ਪੁਰੀ ਹੈ ਅਤੇ ਨਾਮ ਦਾ ਤੀਰਥ ਹੈ। ਸਰੋਵਰ ਦੇ ਬਣ ਜਾਣ ਨਾਲ ਰੌਣਕਾਂ ਹੋ ਗਈਆਂ। ਪਹਿਲਾਂ ਲਾਗੇ ਮਕਾਨ ਬਣਾਏ, ਫਿਰ ਇਰਦ ਗਿਰਦ ਬਾਜ਼ਾਰ ਅਤੇ ਹੱਟੀਆਂ ਬਣਵਾਈਆਂ। 52 ਕਿੱਤਿਆਂ ਦੇ ਵਪਾਰੀ, ਕਾਰੀਗਰ ਅਤੇ ਹੋਰ ਮਾਹਿਰਾਂ ਨੂੰ ਉਚੇਚਾ ਸੱਦ ਕੇ ਵਸਾਇਆ। ਸਭ ਤੋਂ ਪਹਿਲਾਂ ਗੁਰੂ ਕਾ ਬਾਜ਼ਾਰ ਹੀ ਬਣਿਆ ਲੱਗਦਾ ਹੈ ਅਤੇ ਉੱਥੇ ਹੀ ਆਪਣੇ ਰਹਿਣ ਲਈ ਟਿਕਾਣਾ ਬਣਾਇਆ, ਜੋ ਪਿੱਛੋਂ ਗੁਰੂ ਕਾ ਮਹਲ ਕਰਕੇ ਜਾਣਿਆ ਗਿਆ। ਭਾਈ ਭਗਤੂ ਅਤੇ ਭਾਈ ਬਹਿਲੋ ਨੇ ਉਚੇਚੀ ਸੇਵਾ ਕੀਤੀ। ਭਾਈ ਸਾਲੋ ਜੀ ਨੇ ਆਪਣੇ ਰਿਸ਼ਤੇਦਾਰਾਂ, ਸੰਗੀਆਂ ਅਤੇ ਨੇੜੇ ਵਰਤਾਵੇ ਵਾਲਿਆਂ ਨੂੰ ਪ੍ਰੇਰ ਕੇ ਥਾਵਾਂ ਲੈ ਦਿੱਤੀਆਂ। ਭਾਈ ਚੰਦਰਭਾਣ ਤੇ ਭਾਈ ਰੂਪ ਰਾਮ ਵੀ ਭਾਈ ਸਾਲੋ ਜੀ ਨਾਲ ਆਏ ਸਨ। ਇਹਨਾਂ ਦੋਵਾਂ ਨੇ ਵੀ ਕਈਆਂ ਨੂੰ ਉਤਸ਼ਾਹਿਤ ਕੀਤਾ। ਕੁਝ ਮਹੀਨਿਆਂ ਵਿੱਚ ਹੀ ਨਗਰੀ ਘੁੱਗ ਵਸ ਗਈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸੇ ਪਾਸੇ ਦੀ ਗਵਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਬਾਬਾ ਸ਼੍ਰੀ ਚੰਦ ਜੀ ਇਸ ਨਗਰ ਵਿੱਚ ਆਏ, ਜਿੱਥੇ ਉਹ ਗੁਰੂ ਰਾਮਦਾਸ ਜੀ ਦੀ ਨਿਮਰਤਾ ਦੇਖ ਪ੍ਰਭਾਵਿਤ ਹੋਏ। ਉੱਥੇ ਘੁੱਗ ਵਸਦਾ ਸ਼ਹਿਰ ਦੇਖ ਕੇ ਫਰਮਾਇਆ, ਤੁਮਰੀ ਮਹਿਮਾ ਅਧਿਕ ਹੈ, ਕਹੀਏ ਕਾਹੇ ਬਣਾਏ। ਤੁਮਰੇ ਸਰ ਮਹਿ ਜੋ ਮਜ ਹੈ, ਪਾਪੀ ਭੀਗਤ ਜਾਏ। ਸਭ ਤੋਂ ਵੱਡੀ ਗੱਲ, ਸਿੱਖਾਂ ਨੂੰ ਅੰਮ੍ਰਿਤਸਰ ਦੀ ਸ਼ਕਲ ਵਿੱਚ ਕੇਂਦਰ ਮਿਲ ਗਿਆ, ਜੋ ਪਿੱਛੋਂ ਸਾਂਝਾ ਕੌਮੀ ਵਿਰਸਾ ਦਰਸਾਉਣ ਅਤੇ ਪ੍ਰਗਟਾਉਣ ਦਾ ਨੁਕਤਾ ਸਿੱਧ ਹੋਇਆ। ਲਤੀਫ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਸਥਾਪਨਾ ਨਾਲ ਐਸਾ ਧੁਰਾ ਬਣ ਗਿਆ, ਜਿਸ ਗਿਰਦ ਇਕੱਠੇ ਹੋ ਕੇ ਸਿੱਖ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਸਨ। ਸਿੱਖਾਂ ਨੂੰ ਇੱਕ ਥਾਂ ਤੇ ਬੈਠਣ ਦਾ ਵੱਲ ਆਇਆ ਅਤੇ ਉੱਥੋਂ ਹੀ ਇੱਕ ਬਾਟੇ ਅੰਮ੍ਰਿਤ ਪਾਉਣ ਲਈ ਉਹ ਤਿਆਰ ਹੋਏ। ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਹੁਣ ਸਿੱਖਾਂ ਦੀ ਨਿੱਤ ਦੀ ਅਰਦਾਸ ਦਾ ਹਿੱਸਾ ਹੈ। ਗੁਰੂ ਅਰਜਨ ਜੀ ਆਪੂ ਦਿਨ ਰਾਤ ਸੇਵਾ, ਸਿਮਰਨ, ਕੀਰਤਨ ਅਤੇ ਨਾਮ ਅਭਿਆਸ ਵਿੱਚ ਜੁਟੇ ਰਹਿੰਦੇ। ਇਹ ਉਹ ਆਪੂ ਦੇਖਦੇ ਕਿ ਕੋਈ ਕੱਚੀ ਪਿੱਲੀ ਇੱਟ ਨਾ ਲੱਗ ਜਾਏ। ਜਿੱਥੇ ਰਤਾ ਕੁਟਲ ਦੇਖਦੇ, ਆਪੂ ਦੂਰ ਕਰਦੇ। ਦੂਜੇ ਪਾਸੇ ਬਾਬਾ ਪ੍ਰਿਥੀ ਚੰਦ ਜੀ ਵੀ ਸੇਵਾ ਵਿੱਚ ਲੱਗਦੇ ਦਿਸਦੇ, ਪਰ ਮਸੰਦਾਂ ਨਾਲ ਵਰਤਣ ਵਰਤਾਉਣਾ, ਹਿਸਾਬ ਕਿਤਾਬ ਰੱਖਣ ਰਖਾਉਣ ਅਤੇ ਹਦਾਇਤ ਦੇਣ ਲੈਣ ਵਿੱਚ ਬਹੁਤਾ ਸਮਾਂ ਗੁਜ਼ਾਰਦੇ। ਉਹ ਮੰਜੀਆਂ ਦੇ ਪੁਰਖਾਂ ਮੁਖੀ ਮਸੰਦਾਂ ਨਾਲ ਨੇੜਦੇ ਸੰਬੰਧ ਕਰ ਰਹੇ ਸਨ। ਵਿੱਦਿਆ ਤੇ ਬੁੱਧੀਮਤਾ ਤਾਂ ਹੈ ਹੀ ਸੀ, ਇਸ ਨਾਲ ਚਤੁਰਾਈ ਰਲਾ ਲਈ। ਪ੍ਰਬੰਧ ਤਾਂ ਪੂਰਾ ਉਹਨਾਂ ਦੇ ਹੱਥ ਸੀ। ਇਸ ਤਰ੍ਹਾਂ ਉਹਨਾਂ ਨੇ ਯਕੀਨ ਕਰ ਲਿਆ ਕਿ ਗੁਰਗੱਦੀ ਦੇ ਮਾਲਕ ਉਹ ਹੀ ਹੋਣਗੇ। ਗੁਰੂ ਰਾਮਦਾਸ ਜੀ ਤਾਂ ਅੰਦਰਲੇ ਨੂੰ ਪੜ੍ਹਨ ਵਾਲੇ ਸਨ। ਉਹ ਦੇਖ ਰਹੇ ਸਨ ਕਿ ਸੇਵਾ ਕਰਦੇ ਕਰਦੇ ਪ੍ਰਿਥੀ ਚੰਦ ਆਪਣਾ ਹੱਕ ਵੀ ਜਤਲਾ ਜਾਂਦਾ ਹੈ। ਗੁਰੂ ਜੀ ਨੇ ਕਈ ਵਾਰੀ ਬੈਠ ਸਮਝਾਇਆ ਕਿ ਜਿਸ ਵਿਅਕਤੀ ਨੇ ਮਨੁੱਖਾਂ ਸਾਹਮਣੇ ਮਨੁੱਖਤਾ ਦੇ ਪੂਰਨੇ ਪਾਉਣੇ ਹਨ, ਉਸ ਨੂੰ ਇਹ ਗੱਲਾਂ ਨਹੀਂ ਸੋਭਦੀਆਂ। ਇੱਕ ਵਾਰੀ ਤਾਂ ਗੋਲਕ ਦੀ ਮਾਇਆ ਗਿਣਦੇ ਪ੍ਰਿਥੀ ਚੰਦ ਨੂੰ ਆਖ ਵੀ ਦਿੱਤਾ ਸੀ ਕਿ ਗੋਲਕ ਗਿਣਦੇ ਗਿਣਦੇ ਉਸ ਹੱਥ ਕਾਲੇ ਕਰ ਲਏ ਹਨ, ਕਿਧਰੇ ਮਨ ਵੀ ਤਾਂ ਕਾਲਾ ਨਹੀਂ ਕਰ ਬੈਠਾ। ਇਹਨਾਂ ਗੱਲਾਂ ਦਾ ਹੁਣ ਪ੍ਰਿਥੀ ਚੰਦ ਤੇ ਅਸਰ ਹੋਣ ਵਾਲਾ ਨਹੀਂ ਸੀ। ਉਸ ਜਾਲ ਉਣ ਲਿਆ ਸੀ। ਇੱਧਰ ਗੁਰੂ ਅਰਜਨ ਦੇਵ ਜੀ ਦੇਖ ਜਾਣ ਗਏ ਸਨ ਕਿ ਇਹ ਘਾਲ ਅਤੇ ਬਖਸ਼ਿਸ਼ਾਂ ਦੀ ਵਸਤੂ ਹੈ, ਹੱਕ ਜਤਾਉਣ ਤੇ ਹੱਕ ਲੈਣ ਦੀ ਨਹੀਂ। ਉਹਨਾਂ ਦੇਖਿਆ ਸੀ ਕਿ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ ਜਾਣ ਸੇਵਾ ਕੀਤੀ ਸੀ, ਸਹੁਰਾ ਨਹੀਂ ਸੀ ਜਾਤਾ। ਸਾਰੀ ਉਮਰ ਸੇਵਕ ਸਿੱਖ ਹੀ ਬਣੇ ਰਹੇ। ਬਰਸ 28 ਸੇਵਕੀ ਕੀਤੀ, ਸਹੁਰੇ ਨਹੀਂ ਜਾਤੇ। ਇਹ ਕੋਈ ਛੋਟੀ ਗੱਲ ਨਹੀਂ ਸੀ। ਉਹਨਾਂ ਧਾਰ ਲਿਆ ਸੀ ਕਿ ਹੁਣ ਪੁੱਤਰ ਪੁਣੇ ਦੇ ਮਾਣ ਵਿੱਚ ਨਹੀਂ ਆਉਣਾ, ਸੇਵਕ ਸਿੱਖ ਹੀ ਬਣਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਪੁੱਛ ਦੇ ਉੱਤਰ ਵਿੱਚ ਕਿਹਾ ਸੀ, ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖੜੋਇਆ, ਸਾਕ ਨਹੀਂ ਕੋਈ ਰਾਮਦਾਸ ਜੈਸਾ, ਪੁੱਤਰ ਨਹੀਂ ਕੋਈ ਅਰਜਨ ਵੈਸਾ। ਗੁਰੂ ਅਰਜਨ ਦੇਵ ਜੀ ਦਾ ਆਨੰਦ ਕਾਰਜ ਬੀਬੀ ਰਾਮ ਦੇਈ ਸਪੁੱਤਰੀ ਭਾਈ ਕ੍ਰਿਸ਼ਨ ਚੰਦ ਜੀ ਨਾਲ ਪਿੰਡ ਮਾਊ ਵਿਖੇ
ਲਗਭਗ 11 ਸਾਲ ਦੀ ਉਮਰ ਵਿੱਚ ਹੋਇਆ। ਇਹ ਕਹਿਣਾ ਨਿਰਮੂਲ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ 2 ਵਿਆਹ ਸਨ। ਜਦ ਸੂਰਜ ਪ੍ਰਕਾਸ਼ ਦਾ ਲਿਖਾਰੀ ਗੁਰੂ ਹਰਗੋਬਿੰਦ ਜੀ ਦੀ ਸ਼ਾਦੀ ਦਾ ਜ਼ਿਕਰ ਕਰਦਾ ਹੈ ਤਾਂ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਦੀ ਨਾਨਕੀ ਸ਼ੱਕ ਪਿੰਡ ਮਾਊਂ ਤੋਂ ਆਈ ਸੀ। ਪਿੰਡ ਮਾਊਂ ਵਿੱਚ ਗੰਗਾ ਦੇਵੀ ਜੀ ਦੇ ਹੀ ਪੇਕੇ ਸਨ। ਕੁੜਮਾਈ ਵੀ ਗੁਰੂ ਅਮਰਦਾਸ ਜੀ ਨੇ ਆਪ ਕੀਤੀ ਸੀ ਅਤੇ ਸ਼ਾਦੀ ਵੀ ਉਹਨਾਂ ਦੇ ਹੁੰਦਿਆਂ ਹੀ ਹੋਈ ਸੀ। ਬੰਸਾਵਾਲੀ ਨਾਮੇ ਦਾ ਕਹਿਣਾ ਹੈ ਕਿ ਨਾਨੇ ਆਪਣੇ ਹੱਥੀਂ ਸਿਹਰੇ ਦਿੱਤੇ ਅਤੇ ਥਾਪੀ ਲਾਈ। ਜਦ ਪਿੰਡ ਪੁੱਜੇ ਤਾਂ ਪਿੰਡ ਵਾਲਿਆਂ ਆਪਣੀ ਰੀਤ ਦੱਸੀ ਕਿ ਪਹਿਲਾਂ ਵਾਰ ਨੂੰ ਨੇਜਾਬਾਜੀ ਕਰਕੇ ਕਿੱਲੀ ਪੁੱਟਣੀ ਪੈਂਦੀ ਹੈ। ਪਿੰਡ ਵਾਲਿਆਂ ਜੰਡ ਨੂੰ ਕੱਟ ਕੇ ਕਿੱਲੀ ਬਣਾਈ ਸੀ। ਗੁਰੂ ਅਰਜਨ ਦੇਵ ਜੀ ਨੇ ਇੱਕੋ ਵਾਰ ਨਾਲ ਕਿੱਲੀ ਜੜੋਂ ਸਮੇਤ ਉਖਾੜ ਸੁੱਟੀ। ਦੇਖਣ ਵਾਲੇ ਹੈਰਾਨ ਰਹਿ ਗਏ। ਜੋੜੀ ਵੀ ਅਨੁਪਮ ਬਣੀ। ਇੱਕ ਛੋਟੇ ਬੇਟੇ ਦੀ ਸ਼ਾਦੀ ਕਰਕੇ ਸਾਰੇ ਪਾਸੇ ਉਤਸ਼ਾਹ ਤੇ ਚਾਅ ਸੀ। ਗੰਗਾ ਜੀ ਵੀ ਧਰਮੀ, ਨੇਮੀ ਅਤੇ ਸ਼ੀਲ ਸੁਭਾਅ ਦੇ ਸਨ। ਇਹ ਯਾਦ ਰਵੇ ਕਿ ਬਾਬਾ ਪ੍ਰਿਥੀ ਚੰਦ ਜੀ ਦੀ ਸ਼ਾਦੀ ਪਿੰਡ ਹਰੇਰ ਬੀਬੀ ਕਰਮੋ ਨਾਲ ਹੋਈ ਸੀ। ਮਹਾਦੇਵ ਜੀ ਸਾਰੀ ਉਮਰ ਕੁਆਰੇ ਰਹੇ। ਦੇਖਣ ਨੂੰ ਲਾਹੌਰ ਜਾਣ ਦਾ ਹੁਕਮ ਸਰਲ ਅਤੇ ਸਹਿਜ ਸੁਭਾਏ ਸੀ, ਪਰ ਇਸ ਵਿੱਚ ਬਹੁਤ ਰਹੱਸ ਸੀ। ਇਹ ਪ੍ਰੀਖਿਆ ਦੀ ਘੜੀ ਸੀ। ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਦਾ ਨਿਰਣਾ ਲੈਣਾ ਸੀ। ਲਾਹੌਰ ਜਾਣ ਦੇ ਹੁਕਮ ਦੀ ਵਾਰਤਾ ਨਾ ਸਿਰਫ ਵਿਸਥਾਰ ਮੰਗਦੀ ਹੈ, ਸਗੋਂ ਵਿਆਖਿਆ ਵੀ। ਆਰੰਭ ਵਿੱਚ ਹੀ ਲਿਖ ਦੇਣਾ ਠੀਕ ਰਹੇਗਾ ਕਿ ਇਹ ਪਰਚਾ ਪਾਉਣ ਵਾਲੇ ਦੀ ਮਰਜ਼ੀ ਹੈ ਕਿ ਸੌਖਾ ਪਾਏ ਜਾਂ ਔਖਾ। ਜੇ ਪਰਚਾ ਇੱਥੇ ਦੇਖਣ ਨੂੰ ਸੌਖਾ ਹੈ ਤਾਂ ਘਾਲ ਕਰੜੀ ਸੀ। ਉਧਰ ਜੇ ਅੰਮ੍ਰਿਤ ਛਕਾਉਣ ਵੇਲੇ ਪਰਚਾ ਕਠਿਨ ਸੀ ਤਾਂ ਘਾਲ ਸਹਿਜ ਵਾਲੀ ਸੀ। ਇੱਥੇ ਕੋਈ ਲਾਹੌਰ ਸ਼ਾਦੀ ਤੇ ਜਾਣ ਦੀ ਗੱਲ ਨਹੀਂ ਸੀ ਹੋ ਰਹੀ। ਇਹ ਦੇਖਿਆ ਜਾ ਰਿਹਾ ਸੀ ਕਿ ਗੁਰੂ ਕਾ ਹੁਕਮ ਸਿਰ ਮੱਥੇ ਤੇ ਕੌਣ ਮੰਨਦਾ ਹੈ। ਗੁਰੂ ਰਾਮਦਾਸ ਜੀ ਦੀ ਦਿਵ ਦ੍ਰਿਸ਼ਟੀ ਦੇਖ ਰਹੀ ਸੀ ਕਿ ਅੱਜ ਇਸੇ ਲਾਹੌਰ ਵਿਖੇ ਸ਼ਾਦੀ ਦੇ ਵਾਜੇ ਸਨ, ਕੱਲ ਇਸੇ ਲਾਹੌਰ ਵਿੱਚ ਤੱਤੀ ਤਵੀ ਤੇ ਬੈਠਣਾ ਹੈ। ਅੱਜ ਜੋ ਗੁਰੂ ਦੇ ਆਖੇ ਲੱਗ ਕੇ ਲਾਹੌਰ ਨਹੀਂ ਜਾਂਦਾ, ਕੱਲ ਗੁਰੂ ਸੰਗਤਾਂ ਪੰਗਤ ਨੂੰ ਆਂਚ ਨਾ ਲੱਗੇ ਤੱਤੀ ਤਵੀ ਤੇ ਕਿਸ ਤਰ੍ਹਾਂ ਬੈਠੇਗਾ। ਜੋ ਅੱਜ ਪ੍ਰਿਥੀ ਚੰਦ ਲਾਹੌਰ ਜਾਣ ਦੇ ਪੈਂਡੇ ਦੇ ਰਾਹ ਗਰਮੀ ਗਰਮੀ ਕਹਿੰਦਾ ਹੈ, ਕੱਲ ਦੇਗਾਂ ਵਿੱਚ ਉਬਾਲੇ ਕਿਵੇਂ ਖਾਏਗਾ। ਪ੍ਰਿਥੀ ਚੰਦ ਨੇ ਜਿੱਥੇ ਹੋਰ ਕਈ ਮੰਤਕਾਂ ਦਿੱਤੀਆਂ ਸਨ, ਉੱਥੇ ਇਹ ਵੀ ਕਿਹਾ ਸੀ, ਨਿਤ ਮਗ ਤਾਮਸ ਹੋਵਤ ਮਹਾ, ਭਾਵ ਰਾਹ ਦੀ ਇਤਨੀ ਗਰਮੀ ਹੈ ਕਿ ਜਾਣ ਨਹੀਂ ਹੁੰਦਾ। ਇਤਿਹਾਸ ਦੱਸਦਾ ਹੈ ਕਿ ਸਮੇਂ-ਸਮੇਂ ਗੁਰੂ ਸਾਹਿਬਾਨ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਵੇਲੇ ਪਹਿਲਾਂ ਪ੍ਰੀਖਿਆ ਲੈਂਦੇ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਪਰਖ ਪ੍ਰੀਖਿਆ ਤੋਂ ਬਾਅਦ ਗੁਰਗੱਦੀ ਆਪਣੇ ਪੁੱਤਰਾਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਜੀ ਵਿੱਚੋਂ ਕਿਸੇ ਇੱਕ ਨੂੰ ਵੀ ਨਾ ਦੇ ਕੇ ਨਵੀਂ ਪਿਰਤ ਪਾਈ ਸੀ, ਜਿਸ ਨੂੰ ਗੁਰੂ ਘਰ ਦੇ ਰਬਾਬੀ ਸੱਤਾ ਤੇ ਬਲਵੰਡ ਜੀ ਨੇ ਹੋਰਿਓ ਗੰਗ ਵਹਾਈਏ ਕਿਹਾ। ਭਾਈ ਗੁਰਦਾਸ ਜੀ ਨੇ ਬਾਬਾ ਨੇ ਘਰ ਨਵੀਂ ਚਾਲ ਕਹਿਵਾਰ ਲਿਖੀ। ਬਾਬਾ ਸ਼੍ਰੀ ਚੰਦ ਜੀ ਦਾ ਅਤੇ ਬਾਬਾ ਲਖਮੀ ਚੰਦ ਜੀ ਦਾ ਰੋਸ ਸੁਭਾਵਿਕ ਸੀ, ਪਰ ਸਮਾਂ ਪਾ ਚੁੱਪ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਹਿ ਦਿੱਤਾ ਸੀ, ਇਹ ਗੁਰਗੱਦੀ ਤਾਂ ਪਰਮੇਸ਼ਰ ਵੱਲੋਂ ਮਿਲੀ ਹੁੰਦੀ ਹੈ, ਜੋ ਉਹਨਾਂ ਸੇਵਕ ਨੂੰ ਤਾਰਨੀ ਹੈ ਅਤੇ ਸੇਵਕ ਡਿੱਠਾ ਭਾਈ ਲੈਣਾ। ਸੋ ਇਹ ਗੁਰਗੱਦੀ ਦੀ ਜ਼ਿੰਮੇਵਾਰੀ ਹਮੇਸ਼ਾ ਹੀ ਸੇਵਕ ਨੂੰ ਮਿਲਣੀ ਸੀ, ਨਾ ਕਿ ਪੁੱਤਰ ਪੋਤਰੀ, ਦਮਾਦ, ਦਾਦੇ ਜਾਂ ਕਿਸੇ ਰਿਸ਼ਤੇਦਾਰ ਨੂੰ। ਜੇ ਪੁੱਤਰ ਪੋਤਰਾ, ਦਮਾਦ ਜਾਂ ਦਾਦਾ ਸੇਵਕ ਡਿੱਠਾ ਤਾਂ ਜ਼ਿੰਮੇਵਾਰੀ ਉਸ ਨੂੰ ਦੇ ਕੇ ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਬਾਬਾ ਦਾਤੂ ਜੀ ਅਤੇ ਦਾਸੂ ਜੀ ਬਹੁਤ ਹੀ ਗੁੱਸਾ ਰੋਸ ਕੀਤਾ ਜਦ ਗੁਰਗੱਦੀ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਦਿੱਤੀ ਗਈ ਸੀ। ਦਾਤੂ ਜੀ ਨੇ ਤਾਂ ਗੋਇੰਦਵਾਲ ਆ ਕੇ ਲੱਤ ਤੱਕ ਕੱਢ ਮਾਰੀ, ਪਰ ਗੁਰੂ ਜੀ ਨੇ ਜਦ ਪੈਰ ਪਕੜ ਕਿਹਾ ਸੀ ਕਿ ਉਹਨਾਂ ਦੇ ਹੱਡ ਕਰੜੇ ਹਨ, ਪੈਰ ਕੂਲੇ ਹੋਣ ਨਾਲ ਕੋਈ ਚੋਟ ਤਾਂ ਨਹੀਂ ਲੱਗੀ, ਤਾਂ ਉਹ ਐਸੀ ਮਾਨਸਿਕ ਪੀੜਾ ਨਾਲ ਗਰਸੇ ਗਏ ਕਿ ਚੈਨ ਹੀ ਨਾ ਆਇਆ। ਮਾਤਾ ਖੀਵੀ ਜੀ ਨੇ ਬਖਸ਼ਵਾ ਦਿੱਤਾ। ਦਾਤੂ ਜੀ ਜਾਣ ਗਏ ਕਿ ਇਹ ਗੱਦੀ ਵਿਰਾਸਤ ਨਹੀਂ। ਸਮਾਂ ਪਾ ਕੇ ਉਹ ਵੀ ਚੁੱਪ ਕਰ ਗਏ। ਗੁਰੂ ਅਮਰਦਾਸ ਜੀ ਨੇ ਜਦ ਇਹ ਨਿਰਣਾ ਲੈ ਲਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਦੇਣੀ ਹੈ, ਤਾਂ ਬਾਬਾ ਮੋਹਨ ਜੀ ਨੇ ਬਹੁਤ ਰੋਸ ਮਨਾਇਆ, ਬਹੁਤ ਛਿੱਥੇ ਪਏ, ਇੱਥੋਂ ਤੱਕ ਕਿ ਕਮਲੇ ਹੀ ਹੋ ਗਏ। ਬਾਬਾ ਮੋਹਰੀ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਤਲੇ ਸਮੇਂ ਉਹਨਾਂ ਸਾਹਮਣੇ ਹੀ ਗੁਰੂ ਰਾਮਦਾਸ ਜੀ ਅੱਗੇ ਸਿਰ ਨਿਵਾ ਕੇ ਸਨਮੁਖ ਹੋਣ ਦਾ ਮਾਣ ਪ੍ਰਾਪਤ ਕਰ ਲਿਆ। ਪਿੱਛੋਂ ਬਾਬਾ ਮੋਹਨ ਜੀ ਵੀ ਚੁੱਪ ਕਰ ਗਏ। ਹੁਣ ਸਭ ਤੋਂ ਵੱਡੀ ਔਂਕੜ ਗੁਰੂ ਰਾਮਦਾਸ ਜੀ ਲਈ ਸੀ। 3 ਪੁੱਤਰ ਗੁਰੂ ਵਾਤਾਵਰਨ ਵਿੱਚ ਪਲ ਵੱਡੇ ਹੋਏ ਸਨ। ਦੇਖਣ ਨੂੰ ਤਿੰਨੇ ਹੀ ਸੇਵਾ, ਸਿਮਰਨ ਅਤੇ ਘਾਲ ਕਰ ਰਹੇ ਸਨ। ਓਪਰੀ ਨਜ਼ਰ ਵਾਲੇ ਦਾ ਭੁਲੇਖਾ ਖਾ ਜਾਣਾ ਕੁਦਰਤੀ ਸੀ। ਮਸੰਦ ਇਸ ਭੁਲੇਖੇ ਨੂੰ ਹੋਰ ਵਧਾ ਰਹੇ ਸਨ। ਜਦ ਗੁਰੂ ਰਾਮਦਾਸ ਜੀ ਦਾ ਅੰਤ ਸਮਾਂ ਨੇੜੇ ਆਉਣ ਲੱਗਾ ਤਾਂ ਉਹਨਾਂ ਰਤਾ ਕੁੱਕ ਸਵੱਟੀ ਤੇ
ਲਗਾ ਘਸਾਈ ਕੀਤੀ ਤਾਂ ਖੋਟਾ ਢੱਬੂਆ ਉਗੜ ਗਿਆ। ਤਿੰਨਾਂ ਦੇ ਸੁਭਾਅ ਅਨੁਸਾਰ ਬਣੇ ਕਰਮ ਸਾਹਮਣੇ ਆ ਗਏ। ਰਾਮ ਕਸਵੱਟੀ ਸਿਰਫ ਗੁਰੂ ਅਰਜਨ ਦੇਵ ਜੀ ਹੀ ਸਹਾਰ ਸਕੇ। ਗੁਰੂ ਨਾਨਕ ਦੇਵ ਜੀ ਨੇ ਜਦ ਆਪਣੇ ਪੁੱਤਰਾਂ ਨੂੰ ਪਹਿਲਾਂ ਵਰਾਂਡੇ ਵਿੱਚੋਂ ਮੋਈ ਹੋਈ ਚੂਈ, ਫਿਰ ਟੋਏ ਵਿੱਚੋਂ ਕਟੋਰਾ ਕੱਢਣ ਲਈ ਹੁਕਮ ਕੀਤਾ ਸੀ ਤਾਂ ਉਹ ਦੇਖ ਰਹੇ ਸਨ ਕਿ ਪੁੱਤਰ ਪੁਣੇ ਦਾ ਮਾਣ ਮੁੱਕਾ ਹੈ ਜਾਂ ਨਹੀਂ, ਅਤੇ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਨੇ ਹਰ ਹੁਕਮ ਦੀ ਪਾਲਣਾ ਕਰਕੇ ਦੱਸ ਦਿੱਤਾ ਸੀ ਕਿ ਗੁਰੂ ਸੇਵਾ ਹੀ ਧਰਮ ਹੈ। ਗੁਰੂ ਅੰਗਦ ਦੇਵ ਜੀ ਨੇ ਜਦ ਆਪਣੇ ਪੁੱਤਰਾਂ ਨੂੰ ਹੰਕਾਰ ਦੀ ਟੀਸੀ ਚੜ੍ਹੇ ਦੇਖ ਲਿਆ ਸੀ ਤਾਂ ਇਹ ਵੀ ਪਰਤਾ ਲਿਆ ਸੀ ਕਿ ਗੁਰੂ ਅਮਰਦਾਸ ਜੀ ਨੂੰ ਕੁੜਮ ਦੇ ਰਿਸ਼ਤੇ ਦਾ ਮਾਣ ਨਹੀਂ। ਗੁਰੂ ਅਮਰਦਾਸ ਜੀ ਨੇ ਆਪਣੇ ਵਿਸ਼ਰਾਮ ਲਈ ਥੜੇ ਬਣਾਉਣ ਵੇਲੇ ਹੀ ਪ੍ਰਤੱਖ ਦੇਖ ਲਿਆ ਸੀ ਕਿ ਸਿਵਾਏ ਗੁਰੂ ਰਾਮਦਾਸ ਜੀ ਦੇ ਹੁਕਮ ਦੇ ਅਰਥਾਂ ਨੂੰ ਕੋਈ ਹੋਰ ਨਹੀਂ ਜਾਣਦਾ। ਹੁਣ ਪਰਚਾ ਗੁਰੂ ਰਾਮਦਾਸ ਜੀ ਨੇ 3 ਪੁੱਤਰਾਂ ਨੂੰ ਪਾ ਦਿੱਤਾ। ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਿਹਾਰੀ ਮੱਲ ਦੇ ਲੜਕੇ ਦੀ ਸ਼ਾਦੀ ਸੀ। ਗੁਰੂ ਰਾਮਦਾਸ ਜੀ ਇੱਕ ਤਾਂ ਸ਼੍ਰੀ ਅੰਮ੍ਰਿਤਸਰ ਦੀ ਉਸਾਰੀ ਵਿੱਚ ਰੁੱਝੇ ਹੋਏ ਸਨ, ਦੂਜੇ ਉਹ ਸਮਝਦੇ ਸਨ ਕਿ ਉਹਨਾਂ ਦੇ ਲਾਹੌਰ ਜਾਣ ਨਾਲ ਸਿਹਾਰੀ ਮੱਲ ਜੀ ਨੂੰ ਅਤੇ ਕੁੜਮਾਂ ਨੂੰ ਬਹੁਤ ਖੇਚਲਾਂ ਹੋਣਗੀਆਂ। ਸੰਗਤ ਮੇਲ ਹੋਏ ਸਮੁਦਾਇ ਕਿਮ ਸਮਾਧੀ ਸਭ ਕਰ ਹੈ ਸੰਭਾਰੀ। ਤੀਜੇ ਜੋ ਸੰਗਤਾਂ ਸ਼੍ਰੀ ਅੰਮ੍ਰਿਤਸਰ ਦਰਸ਼ਨਾਂ ਨੂੰ ਆਉਣਗੀਆਂ ਉਹਨਾਂ ਨੂੰ ਵੀ ਖੇਚਲਾਂ ਹੋਣਗੀਆਂ, ਕਿਉਂਕਿ ਉਹ ਗੁਰਦਰਸ਼ਨਾਂ ਲਈ ਲਾਹੌਰ ਜਾਣਗੀਆਂ। ਮਜਬੂਰੀ ਸੁਣ ਕੇ ਸਿਹਾਰੀ ਮੱਲ ਜੀ ਨੇ ਕਿਹਾ ਕਿ ਗੁਰੂ ਪੁੱਤਰਾਂ ਨੂੰ ਹੀ ਭੇਜ ਦਿਓ। ਆਪ ਨੇ ਪਹਿਲਾਂ ਪ੍ਰਿਥੀ ਚੰਦ ਨੂੰ ਕਿਹਾ ਕਿ ਨੇੜੇ ਦੇ ਰਿਸ਼ਤੇਦਾਰ ਦੀ ਸ਼ਾਦੀ ਹੈ, ਤੁਸੀਂ ਜਾਓ। ਇੱਧਰ ਪਰਚਾ ਪੈ ਚੁੱਕਾ ਸੀ। ਪ੍ਰਿਥੀ ਚੰਦ ਜੋ ਚਤੁਰ ਬੁੱਧੀ ਦਾ ਮਾਲਕ ਸੀ, ਹਿਸਾਬ ਲਗਾਉਣ ਲੱਗਾ ਕਿ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ, ਕਿਉਂਕਿ ਗੁਰੂ ਅਮਰਦਾਸ ਜੀ ਦੀ ਬਖਸ਼ੀ ਉਮਰ ਦੇ ਸਾਲ ਮੁੱਕਣ ਵਾਲੇ ਹਨ। ਉਸ ਇਹ ਜਾਤਾ ਕਿ ਗੁਰੂ ਜੀ ਨੇ ਉਸ ਨੂੰ ਵੱਖ ਕਰਨ ਦੀ ਵਿਉਂਤ ਬਣਾਈ ਹੈ। ਹੁਕਮ ਸੁਣ ਕੇ ਕਿਹਾ, ਤੁਸੀਂ ਤਾਂ ਦੇਖ ਰਹੇ ਹੋ ਕਿ ਕਿਤਨਾ ਕੰਮ ਜਿਵੇਂ ਹੈ, ਹਜ਼ਾਰਾਂ ਦਾ ਰੋਜ਼ ਲੈਣ ਦੇਣ ਹੈ, ਇਹ ਕੌਣ ਕਰੇਗਾ? ਜਰਾ ਭਰ ਵੇਹਲ ਨਹੀਂ। ਆਪ ਬਿਲੋਕਤ ਹੋ ਸਭ ਸਮੇਂ, ਰਹਿਤ ਕਾਜ ਜਿਸ ਬਿਦ ਕੋ ਹਮੇ, ਲੈਣ ਦੇਣ ਨਿਜ ਹਜ਼ਾਰਨ, ਇੱਕ ਆਵਤ ਇੱਕ ਕਰਤ ਪਧਾਰਨ। ਗੁਰੂ ਰਾਮਦਾਸ ਜੀ ਨੇ ਕਿਹਾ, ਕੋਈ ਗੱਲ ਨਹੀਂ, ਕੰਮ ਕੋਈ ਹੋਰ ਸੰਭਾਲ ਲਵੇਗਾ। ਫਿਰ ਪ੍ਰਿਥੀ ਚੰਦ ਜੀ ਬੋਲੇ, ਪਿਤਾ ਜੀ, ਆਪ ਜੀ ਨੂੰ ਤਾਂ ਕੁਝ ਪਤਾ ਨਹੀਂ, ਤੁਸੀਂ ਤਾਂ ਬੇਪਰਵਾਹ ਹੋ, ਤੁਹਾਨੂੰ ਵਾਧ ਘਾਟ ਨਾਲ ਕੁਝ ਨਹੀਂ ਹੈ। ਫਿਰ ਰਾਹ ਦੀ ਕਿਤਨੀ ਗਰਮੀ ਹੈ ਕਿ ਜਾਣ ਵੀ ਨਹੀਂ ਹੋਣਾ। ਗੁਰੂ ਰਾਮਦਾਸ ਜੀ ਮੁਸਕਰਾ ਕੇ ਚੁੱਪ ਕਰ ਗਏ। ਪ੍ਰੀਖਿਆਕਾਰ ਨੇ ਪਰਖ ਲਿਆ, ਸੇਵਾ ਰਾਹੀਂ ਨਿਮਰਤਾ ਉਪਜਣੀ ਚਾਹੀਦੀ ਸੀ, ਪਰ ਉਸ ਦੀ ਥਾਂ ਤਾਂ ਹੰਕਾਰ ਨੇ ਲੈ ਲਈ ਹੈ। ਪ੍ਰਿਥੀ ਚੰਦ ਗੱਲ-ਗੱਲ ਵਿੱਚ ਹਸਤੀ ਤੇ ਹੋਂਦ ਜਤਾ ਰਹੇ ਸਨ। ਫਲ ਤਾਂ ਨਿਮਰਤਾ ਨੂੰ ਲੱਗਦਾ ਹੈ, ਪਰ ਉਹ ਤਾਂ ਝਾੜੀ ਚੱਲਿਆ ਜਾ ਰਿਹਾ ਸੀ। ਸੇਵਾ ਕਰਕੇ ਉਹ ਹੱਕ ਜਤਲਾਉਂਦੇ ਸਨ। ਬਾਬਾ ਬੁੱਢਾ ਜੀ ਨੇ ਇੱਕ ਵਾਰੀ ਪ੍ਰਿਥੀ ਚੰਦ ਨੂੰ ਆਖਿਆ ਵੀ ਸੀ, ਪ੍ਰਿਥੀ ਚੰਦ ਬਿਨਾਂ ਨਿਮਰਤਾ ਦੇ ਸੇਵਾ ਸ਼ੋਭਾ ਨਹੀਂ ਪਾਉਂਦੀ। ਇਹ ਸੇਵਾ ਕਾਦੀ, ਤੂੰ ਤਾਂ ਹੰਕਾਰੀ ਹੋ ਗਿਆ ਹੈ। ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾ ਅਹਮੇਵਾ। ਗੁਰੂ ਰਾਮਦਾਸ ਜੀ ਨੇ ਵੀ ਸਮਝਾਉਂਦੇ ਕਿਹਾ, ਸ਼ਰਧਾ ਸਭ ਦਾ ਮੂਲ ਹੈ। ਸ਼ਰਧਾ ਤੋਂ ਹੀ ਪ੍ਰੇਮ ਦੀ ਕੋਪਲ ਫੁੱਟਦੀ ਹੈ, ਪ੍ਰੇਮ ਹੀ ਸੁਖਦਾਈ ਹੈ। ਸੇਵਾ ਤਾਂ ਉਪਰਲੀ ਛਿੱਲ ਹੈ ਜੋ ਸ਼ਰਧਾ ਤੇ ਪ੍ਰੇਮ ਨੂੰ ਜਾਇਆ ਨਹੀਂ ਹੋਣ ਦਿੰਦੀ। ਸ਼ਰਧਾ, ਪ੍ਰੇਮ ਤੇ ਸੇਵਾ ਤੋਂ ਹੀ ਵਿਰਾਗ ਉਪਜਦਾ ਹੈ ਅਤੇ ਵਿਰਾਗ ਨੂੰ ਹੀ ਹਰੀ ਨਾਮ ਦਾ ਫਲ ਲੱਗਦਾ ਹੈ। ਸ਼ਰਧਾ ਸਭ ਕੀ ਮੂਲ ਮਹਾਣੀ, ਅੰकुर प्रेम होत सुखदाई। तुझे सेवा जिसको दृढ़ करता, कांड बड़े वैराग परवृत्ता। हर का नाम सु मनते फूला, सत संगत मह शोभत झूला। फिर साध संगत विच जाके यह फल ही बृक्ष बन के झूलदा है ਅਤੇ ਸਾਰੇ ਸੰਸਾਰ ਵਿੱਚ ਸ਼ੋਭਾ ਪਾਉਂਦਾ ਹੈ। ਇਸ ਨੂੰ दैवी, ਦੁਨਿਆਵੀ, ਵਿਵੇਕ ਅਤੇ ਗਿਆਨ ਦੇ ਅਨੇਕਾਂ ਗੁਣਾਂ ਵਾਲੇ ਪੱਤੇ ਲੱਗਦੇ ਹਨ, ਜਿਸ ਨਾਲ ਇਹ ਬ੍ਰਿਸ਼ ਹੋਰ ਘਣਸ਼ਾਵਾਂ ਹੋ ਜਾਂਦਾ ਹੈ। ਦੇਵ ਸੰਪਦਾ ਗੁਣ ਜੀ ਅਨੇਕਾ, ਗੁਣ ਦਲ ਕਲਿਤ ਸੁ ਬਲਿਤ ਵਿਵੇਕਾ। ਇਸ ਘਣਸ਼ਾਵੇਂ ਦਰਖਤ ਦੀ ਛਾਂ ਮਾਨਣ ਕਰਕੇ ਹੀ ਫਿਰ ਆਤਮ ਗਿਆਨ ਦਾ ਸੁੰਦਰ ਫਲ ਲੱਗਦਾ ਹੈ ਅਤੇ ਆਤਮ ਗਿਆਨੀ ਨੂੰ ਅਤ ਆਨੰਦ ਰਸ ਮਿਲਦਾ ਹੈ। ਕਰੋੜਾਂ ਕਲਪ ਬ੍ਰਿਸ਼ ਜੋ ਮਨ ਇੱਛੇ ਫਲ ਦੇਣ ਵਾਲੇ ਆਖੇ ਜਾਂਦੇ ਹਨ, ਇਸ ਦੇ ਤੁਲ ਨਹੀਂ ਹੋ ਸਕਦੇ। ਇਹ ਸਭ ਪ੍ਰਭੂ ਦੀ ਮਿਹਰ ਦਾ ਸਦਕਾ ਹੈ। आत्म ज्ञान लग्यो फल सुंदर, अत आनंद रस जिसके अंदर कोट कल्पत्र होत न पत्तर।
प्रभु कृपा ते लहे सुअंतर। पर ਪ੍ਰਿਥੀ ਚੰਦ ਜੀ ਨਿਮਰਤਾ ਦੀ ਥਾਂ ਈਰਖਾ, ਚੁਗਲੀ, ਬਖੀਲੀ, ਨਿੰਦਾ, ਹੱਕ ਦੀ ਗੱਲ ਕਰਦੇ ਸਨ। ਫਿਰ ਗੁਰੂ ਰਾਮਦਾਸ ਜੀ ਨੇ ਆਪਣੇ ਦੂਜੇ ਪੁੱਤਰ ਬਾਬਾ ਮਹਾਦੇਵ ਨੂੰ ਲਾਹੌਰ ਜਾਣ ਲਈ ਕਿਹਾ। ਉਹ ਦੁਨੀਆ ਨੂੰ ਦੁੱਖਾਂ ਦਾ ਘਰ, ਰਿਸ਼ਤਿਆਂ ਨੂੰ ਬੰਧਨ ਸਮਝਦੇ ਸਨ। ਹੁਕਮ ਸੁਣ ਕੇ ਕਹਿਣ ਲੱਗੇ, ਕੌਣ ਕਿਸ ਦਾ ਸਾਕ ਹੈ, किस पास मैं जावां, मेरी तां किसे नाल सांझ जां रिश्तेदारी नहीं, ना मैं रिश्ते मानदा हां अते ना ही अग्गों बनाउणा चाहुंदा हां। सुणकर बोलियो मस्त सुभाओ, को बंधु किस के कित जाओ, नह मेरी किस साथ चिनारी, नह चाहो मैं करन अगारी। फिर महादेव जी उपदेशदाता बन बैठे अते रामदास जी नूं कहण लगे कि दुनिया विच संबंधियां दी की हालत है, सारे ही अपनी गर्ज ਕੱਢਦੇ ਹਨ। ਧਨਹੀਨ ਰਿਸ਼ਤੇਦਾਰ ਦੇ ਕੋਈ ਨੇੜੇ ਨਹੀਂ ਜਾਂਦਾ, ਧਨੀ ਪੁਰਸ਼ ਦੇ ਬਹੁਤੇਰੇ ਬਣ ਜਾਂਦੇ ਹਨ। ਅੱਜ ਅਮੀਰ ਰਿਸ਼ਤੇਦਾਰ ਦੀ ਸ਼ਾਦੀ ਹੈ ਤਾਂ ਯਾਦਾਂ ਆ ਰਹੀਆਂ ਹਨ। ਕਿਆ ਸਨ ਬੰਧੂ ਕੀ ਗਤ ਅਹੇ, ਆਪਣਿਓ ਹਿਤ ਸਭ ਹੇਰਤ ਰਹੇ, ਦਰਬਹੀਨ ਪਿਖ ਹੋਰ ਨ ਨੇਰੇ, ਧਨੀ ਪੁਰਸ਼ ਕੇ ਬਣੇ ਹੈ ਕਨੇਰੇ। ਫਿਰ ਪ੍ਰਿਥੀ ਚੰਦ ਵਾਂਗ ਹੀ ਖਿਝ ਕੇ ਕਿਹਾ, ਮੇਰੇ ਕੋਲੋਂ ਉੱਥੇ ਨਹੀਂ ਜਾਇਆ ਜਾਂਦਾ, ਇਹ ਸਭ ਵਿਖਾਵਾ ਹੈ, ਵਿਅਰਥ ਹੈ ਤੇ ਜਾਣ ਦਾ ਉਦਮ ਕਰਨਾ ਹੀ ਫਜ਼ੂਲ ਹੈ। ਮੋਤੇ ਨਹਿ ਤਹਿ ਜਾਇਆ ਜਾਏ, ਆਵਣ ਜਾਵਣ ਸ਼ਰਮ ਕੋ ਪਾਏ। ਗੁਰੂ ਰਾਮਦਾਸ ਜੀ ਨੇ ਫਿਰ ਮੁਸਕਰਾ ਦਿੱਤਾ। ਉਹਨਾਂ ਦੇਖ ਲਿਆ ਕਿ ਐਸੇ ਅਟੰਕ ਸੁਭਾਅ ਵਾਲਾ ਦੂਜੇ ਦੇ ਦੁੱਖ ਸੁੱਖ ਦਾ ਕਿਵੇਂ ਭਾਗੀਵਾਲ ਹੋ ਸਕਦਾ ਹੈ। ਗ੍ਰਹਿਸਤੀ ਨੇ ਤਾਂ ਨਿੱਤ ਅਗਵਾਈ ਲੈਣੀ ਹੈ, ਮਹਾਦੇਵ ਵਰਗਾ ਸੰਗਤ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਜਦ ਕੋਲ ਬੁਲਾ ਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਾਣ ਦਾ ਹੁਕਮ ਕੀਤਾ ਤਾਂ ਗੁਰੂ ਅਰਜਨ ਦੇਵ ਜੀ ਨੇ ਨਾ ਸਿਰਫ ਸਿਰ ਮੱਥੇ ਮੰਨਿਆ, ਸਗੋਂ ਹੱਥ ਜੋੜ ਕੇ ਭਾਵਪੂਰਤ ਸ਼ਬਦ ਕਹੇ। ਅਸਲ ਵਿੱਚ ਉਹ ਹੀ ਪ੍ਰੀਖਿਆ ਦਾ ਸਿੱਟਾ ਸੀ, ਆਉਣ ਵਾਲੇ ਕੱਲ ਦਾ ਸੂਚਕ ਸੀ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਇਹ ਤਾਂ ਪਿਤਾ ਜੀ ਤੁਸੀਂ ਮੈਨੂੰ ਸੁਹਾਵਣੇ ਕਾਰਜ ਲਈ ਟੋਰ ਰਹੇ ਹੋ, ਜਿੱਥੇ ਨਿਰੀ ਖੁਸ਼ੀ ਹੀ ਖੁਸ਼ੀ ਹੈ, ਜਿੱਥੇ ਜਾਵਣ ਵਿੱਚ ਜਿੰਦ ਖਤਰੇ ਵਿੱਚ ਪਵੇ, ਬੇਸ਼ੱਕ ਉੱਥੇ ਜਾਣ ਦੀ ਵੀ ਆਗਿਆ ਕਰੋ। ਉੱਥੇ ਵੀ ਜਾਣ ਵਿੱਚ ਪਿਤਾ ਜੀ ਦੇਰੀ ਨਹੀਂ ਲਾਵਾਂਗਾ, ਮੈਂ ਪ੍ਰਾਣ ਦੇ ਕੇ ਵੀ ਉੱਥੇ ਜਾਣ ਤੋਂ ਨਹੀਂ ਝਿਜਕਾਂਗਾ। ਅਸਲ ਵਿੱਚ ਗੱਲ ਹੀ ਪ੍ਰਾਣ ਦੇਣ, ਸ਼ਹਾਦਤ ਲੈਣ, ਦੇਗ ਵਿੱਚ ਉਬਾਲੇ ਤੇ ਤੱਤੀ ਤਵੀ ਦੀ ਹੀ ਹੋ ਰਹੀ ਸੀ। ਪਿਤਾ ਗੁਰ ਕੇ ਸੁਣ ਪਰਮਾਨੇ, ਹਾਥ ਜੋੜ ਕਰ ਬਾਖ ਬਖਾਨੇ, ਇਹ ਤੋਂ ਸੁਗਮ ਕਾਜ ਮਹਿ ਮੋਹੇ, ਪਾਠੋ ਆਪ ਜਹ ਆਨੰਦ ਹੋਹੇ, ਜਹ ਜਾਵਣ ਮਹਿ ਜੀਵਨ ਸੰਸੇ, ਤਹ ਆਏ ਸਮੁਝ ਦੇਹ ਨਿਸੰਸੇ, ਦੇਰ ਨਾ ਕਰੋ ਪਿਤਾ ਜੀ ਉਹਾਂ, ਪ੍ਰਾਣ ਦਿਓ ਮੈਂ ਤੁਰਨ ਤਹਾਂ। ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚ ਖੁਸ਼ੀ ਦੇ ਆਂਸੂ ਆ ਗਏ ਅਤੇ ਉਸੇ ਵੇਲੇ ਕਹਿ ਦਿੱਤਾ, ਇਹ ਸਰਲ ਸੁਭਾਅ ਵਾਲਾ ਹੈ, ਇਹ ਹੀ ਪੰਡ ਉਠਾਉਣ ਜੋਗਾ ਹੋਵੇਗਾ, ਇਹ ਹੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕੇਗਾ। ਗੁਰੂ ਰਾਮਦਾਸ ਜੀ ਨੇ ਪਰਖ ਲਿਆ। ਗੁਰੂ ਰਾਮਦਾਸ ਜੀ ਨੇ ਦੇਖਣ ਨੂੰ ਅਤਿ ਸੁਖਾਲਾ ਪਰਚਾ ਪਾਇਆ, ਪਰ ਅਸਲ ਵਿੱਚ ਕਰੜਾ ਇਮਤਿਹਾਨ ਸੀ, ਜਿਸ ਵਿੱਚ ਕੇਵਲ ਗੁਰੂ ਅਰਜਨ ਦੇਵ ਜੀ ਹੀ ਪੂਰੇ ਉਤਰੇ। ਫਿਰ ਇਹ ਹੀ ਬਚਨ ਭਰੀ ਸੰਗਤ ਵਿੱਚ ਪਿੱਛੋਂ ਕਹੇ ਸਨ। ਪੁੱਤਰਾਂ ਵਿੱਚੋਂ ਇਸੇ ਗੁਰੂ ਅਰਜਨ ਦੇਵ ਜੀ ਨੇ ਹੀ ਗੱਲ ਸਮਝੀ ਅਤੇ ਰੱਬੀ ਆਗਿਆ ਜਾਣੀ, ਆਗਿਆ ਮੰਨੀ। ਇਹ ਗੁਰਿਆਈ ਦੀ ਜ਼ਿੰਮੇਵਾਰੀ ਚੁੱਕਣ ਜੋਗੇ ਹਨ। ਇਹਨਾਂ ਵਿੱਚ ਹੰਕਾਰ ਲੈਸ ਮਾਤਰ ਵੀ ਨਹੀਂ। ਗੁਰਿਆਈ ਦੀ ਅਜਰ ਵਸਤੂ ਨੂੰ ਇਹ ਹੀ ਜਰ ਸਕਣਗੇ। ਪੁੱਤਰਨ ਬਿਖੇ ਟੇਕ ਇਨ ਰਾਖੀ, ਰਹਿ ਆਏ ਸਮਹਿ ਦਰਸ਼ਨ ਕਾਖੀ, ਸਰਬ ਸਹਾਰੇ ਗੁਰਤਾ ਭਾਰ, ਅਜਰ ਜਰਹਿੰਗੋ ਕਹਿ ਹੰਕਾਰ। ਜਦ ਬਾਬਾ ਬੁੱਢਾ ਜੀ ਕੋਲੋਂ ਰਾਏ ਪੁੱਛੀ ਤਾਂ ਉਹਨਾਂ ਵੀ ਇਹ ਕਿਹਾ, ਅਰਜਨ ਜੀ ਸੁਸ਼ੀਲ ਅਤੇ ਸੱਚਮੁੱਚ ਸਲਾਹੁਣ ਯੋਗ ਹਨ। ਹੰਕਾਰ ਇਹਨਾਂ ਦੇ ਨੇੜੇ ਤੇੜੇ ਨਹੀਂ ਆਇਆ। ਇਹਨਾਂ ਵਰਗਾ ਸੇਵਾ ਦਾ ਪੁੰਜ ਵੀ ਹੋਰ ਕੋਈ ਨਹੀਂ ਡਿੱਠਾ, ਜਿਸ ਨੇ ਗੁਰੂ ਦੇ ਹੁਕਮ ਵਿੱਚ ਨਿਵਾਸ ਹੀ ਕਰ ਲਿਆ ਹੋਵੇ। ਲੱਗਿਓ ਸਹਾਰਨਸ਼ੀਲ ਬਿਸਾਲਾ, ਲੇਸ਼ ਹੰਕਾਰ ਨਹੀਂ ਕਿਸ ਕਾਲਾ, ਇਨ ਸਮ ਸੇਵਕ ਅਵਰ ਨ ਥੀਓ, ਜਿਸ ਆਏ ਸਮੈ ਵਾਸਾ ਕੀਓ। ਫਿਰ ਸਾਧ ਸੰਗਤ ਨੇ ਵੀ ਖੁਸ਼ੀ ਮਨਾਈ ਅਤੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਨਾਲ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਕਲਪ ਬ੍ਰਿਸ਼ ਘਰ ਵਿੱਚ ਹੀ ਪੈਦਾ ਹੋ ਗਿਆ ਹੈ। ਲਹਿਓ ਕਲਪਤਰ ਮਾਨੋ ਭੌਣ। ਲਾਹੌਰ ਜਾਣ ਵੇਲੇ ਗੁਰੂ ਰਾਮਦਾਸ ਜੀ ਨੇ ਇਹ ਆਗਿਆ ਵੀ ਕੀਤੀ ਕਿ ਜਦ ਤੱਕ ਅਸੀਂ ਨਾ ਕਹੀਏ ਤੁਸੀਂ ਨਹੀਂ ਆਉਣਾ, ਹਮਰੇ ਕਹੇ ਆਵਣੋ ਇਤੋਂ। ਇਹ ਵੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਤਾਂ ਕੀਤਾ ਸੀ ਕੇਵਲ ਦੇਖਣ ਲਈ ਕਿ ਹੁਕਮ ਤੇ ਕਿੱਥੋਂ ਤੱਕ ਫੁੱਲ ਚੜਾਉਣਗੇ।
हमने आज्ञा दीनस ताही, तिस मह निश्चल रहे कि नाही। लाहौर जाण वेले गुरु अर्जन देव जी माता भानी जी नूं 4 बंदना करन गए। माता जी ने जिथे असीसां दित्तियां उत्थे याद करवाया कि भावें पिता अमरदास जी दा वर है पर मिलेगी सेवक नूं ही। ਪ੍ਰਿਥੀ ਚੰਦ ਦਾ ਸੁਭਾਅ ਹੰਕਾਰੀ ਹੋ ਗਿਆ ਹੈ। ਪਿਤਾ ਦੇ ਹੁਕਮ ਤੇ ਨਹੀਂ ਟੁਰਦਾ। ਮਹਾਦੇਵ ਨੂੰ ਲੱਥੀ ਚੜੀ ਦੀ ਨਹੀਂ ਹੈ। ਇਹ ਬੇਟਾ ਕਦੇ ਨਹੀਂ ਭੁੱਲਣਾ ਕਿ ਗੁਰੂ ਨਾਨਕ ਦੇਵ ਜੀ ਨੇ ਦਾਸ ਨੂੰ ਹੀ ਦਿੱਤੀ ਹੈ। ਪੁੱਤਰਾਂ ਵੱਲ ਤੱਕਿਆ ਨਹੀਂ। ਤਿਵੇਂ ਹੀ ਗੁਰੂ ਅੰਗਦ ਦੇਵ ਜੀ ਨੇ ਪਿਤਾ ਤੀਜੇ ਪਾਤਸ਼ਾਹ ਜੀ ਨੂੰ ਦਿੱਤੀ ਸੀ ਅਤੇ ਉਹਨਾਂ ਪਤੀ ਨੂੰ ਸੇਵਾ ਦਾ ਪੁੰਜ ਦੇਖ ਹੀ ਦਿੱਤੀ। ਮੇਰੀ ਇੱਕ ਹੀ ਖਾਹਿਸ਼ ਹੈ ਕਿ ਉਹਨਾਂ ਜਿਹੀ ਹੀ ਘਾਲ ਤੁਸੀਂ ਘਾਲੋ ਤਾਂ ਕਿ ਇਹ ਗੁਰਿਆਈ ਹੁਣ ਪੁੱਤਰ ਨੂੰ ਮਿਲੇ। ਇੱਕ ਤੇਰੇ ਤੇ ਹੀ ਭਰੋਸਾ ਹੈ। हे ਸੁੱਤ श्री नानक जी आद दई दास कहो किए अहलाद। तुम श्री अंगद और पित मेरे देत भये पिख सेवक नेरे। तिन को सम तुम घालो घाल। ਇਹ ਵੀ ਕਦੇ ਬੇਟਾ ਜੀ ਨਾ ਭੁੱਲਣਾ ਕਿ ਗੁਰੂਆਂ ਵਿੱਚ ਮੋਹ ਨਹੀਂ ਹੈ। ਉਹਨਾਂ ਲਈ ਧੀ ਪੁੱਤ ਰਿਸ਼ਤਾ ਕੁਝ ਨਹੀਂ। ਉਹ ਸਿਰਫ ਰੀਝਦੇ ਹਨ ਸੇਵਕ ਦੀ ਸੇਵਾ ਤੇ। ਨਹੀਂ ਗੁਰਨ ਕੋ ਮੋਹ ਕਦਾਈ ਰੀਝੇ ਸੇਵਕ ਦੇ ਬੜਾਈ। ਫਿਰ ਦੋਵੇਂ ਭਰਾਵਾਂ ਨੂੰ ਮੱਥਾ ਟੇਕ ਕੇ ਲਾਹੌਰ ਚਲੇ ਗਏ। ਲਾਹੌਰ ਪੰਜਾਬ ਦਾ ਇੱਕ ਪ੍ਰਸਿੱਧ ਸ਼ਹਿਰ ਸੀ। ਆਗਰੇ ਬਾਅਦ ਲਾਹੌਰ ਹੀ ਦੂਜਾ ਵੱਡਾ ਸ਼ਹਿਰ ਹਿੰਦੁਸਤਾਨ ਵਿੱਚ ਗਿਣਿਆ ਜਾਂਦਾ ਸੀ। ਸੈਲਾਨੀ ਮਿਸਟਰ ਥਾਮਸਨ ਹਰਬਰਟ ਨੇ ਲਿਖਿਆ ਸੀ ਕਿ ਲਾਹੌਰ ਦਾ ਮੁਕਾਬਲਾ ਜੇ ਹਿੰਦੁਸਤਾਨ ਦੇ ਕਿਸੇ ਦੂਜੇ ਸ਼ਹਿਰ ਨਾਲ ਕੀਤਾ ਜਾ ਸਕਦਾ ਹੈ ਤਾਂ ਉਹ ਆਗਰਾ ਹੀ ਹੈ। 8 ਮਹੀਨੇ ਮੌਸਮ ਸੁਹਾਵਣਾ ਰਹਿੰਦਾ ਹੈ। ਬਾਜ਼ਾਰ ਰੌਣਕਾਂ ਵਾਲੇ ਅਤੇ ਪੱਕੇ ਹਨ। ਇਹਨਾਂ ਨੂੰ ਰਾਵੀ ਦੇ ਪਾਣੀ ਨਾਲ ਧੋਤਾ ਜਾਂਦਾ ਹੈ। ਵਸਤੂਆਂ ਦੀ ਭਰਮਾਰ ਹੈ। ਐਸਾ ਖੂਬਸੂਰਤ ਹਮਵਾਰ ਸ਼ਹਿਰ ਕਿਧਰੇ ਘੱਟ ਹੀ ਹੈ। ਲਾਹੌਰ ਫਕੀਰਾਂ ਪੀਰਾਂ ਅਤੇ ਕਈ ਸਿਲਸਿਲਿਆਂ ਦੇ ਮੁਖੀਆਂ ਦਾ ਘਰ ਵੀ ਸੀ। ਗੁਰੂ ਅਰਜਨ ਦੇਵ ਜੀ ਦਾ ਲਾਹੌਰ ਵਿਖੇ ਹੀ ਮੇਲ ਮੀਆਂ ਮੀਰ ਜੀ ਨਾਲ ਹੋਇਆ। ਕਾਦਰੀਆ ਸਿਲਸਿਲੇ ਦੇ ਮੁਖੀ ਸ਼ਾਹ ਬਿਲਾਵਲ ਵੀ ਇੱਥੇ ਹੀ ਮਿਲੇ। ਸ਼ਾਹ ਹੁਸੈਨ ਛੱਜੂ ਕਾਹਨਾ ਅਤੇ ਪੀਲੂ ਵੀ ਲਾਹੌਰ ਹੀ ਰਹਿੰਦੇ ਸਨ। ਮੁੱਲਾ ਸ਼ਾਹ ਬਦਖਸ਼ਾਨੀ ਨਾਲ ਵੀ ਮੇਲ ਇੱਥੇ ਹੀ ਹੋਇਆ ਲੱਗਦਾ ਹੈ। ਜਦ ਸ਼ਾਦੀ ਤੋਂ ਵਿਹਲੇ ਹੋਏ ਤਾਂ ਸਾਰਾ ਸਮਾਂ ਸੰਗਤਾਂ ਵਿੱਚ ਉਤਸ਼ਾਹ ਭਰਨ ਅਤੇ ਗੁਰੂ ਅਸਥਾਨ ਬਣਾਉਣ ਵੱਲ ਦੇਣ ਲੱਗੇ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਜਿਸ ਥਾਂ ਚੂਨਾ ਮੰਡੀ ਹੋਇਆ ਸੀ ਉੱਥੇ ਵੀ ਰੋਜ਼ ਦੀਵਾਨ ਲਗਾਉਣ ਲੱਗ ਪਏ। ਉਸਾਰੀ ਵੀ ਆਰੰਭ ਕਰਾ ਦਿੱਤੀ। ਬਾਕੀ ਜੋ ਸਮਾਂ ਮਿਲਦਾ ਭਗਤਾਂ ਫਕੀਰਾਂ ਪੀਰਾਂ ਅਤੇ ਪੁੱਜੇ ਪੁਰਸ਼ਾਂ ਨਾਲ ਗੁਜ਼ਾਰਦੇ। ਇਤਿਹਾਸ ਨੇ ਖਾਸ ਕਰ ਮੀਆਂ ਮੀਰ ਤੋਂ ਇਲਾਵਾ ਹਾਜੀ ਨਿਆਮਤ ਅੱਲਾ ਨੱਥਾ ਲਾਹੌਰੀ ਖਵਾਜਾ ਬਿਹਾਰੀ ਮੁੱਲਾ ਮੁਹੰਮਦ ਸਿਆਲਕੋਟੀ ਮੁੱਲਾ ਰੂਹੀ ਦਾ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਜੀ ਸੌਆਂ ਪੁੱਜ ਰਹੀਆਂ ਸਨ। ਉਹ ਜਾਣਦੇ ਸਨ ਕਿ ਕਈ ਮਹੀਨੇ ਵੀ ਹੋ ਗਏ ਹਨ ਪਰ ਗੁਰੂ ਰਾਮਦਾਸ ਜੀ ਨੇ ਫਿਰ ਬੁਲਾਉਣਾ ਮੁਨਾਸਿਬ ਨਾ ਸਮਝਿਆ ਕਿਉਂਕਿ ਉਹ ਦੇਖ ਰਹੇ ਸਨ ਕਿ ਆਗਿਆ ਵਿੱਚ ਪੱਕਾ ਰਹਿੰਦਾ ਹੈ ਜਾਂ ਨਹੀਂ। ਗੁਰੂ ਅਰਜਨ ਦੇਵ ਜੀ ਹੁਕਮ ਦੀ ਉਡੀਕ ਵਿੱਚ ਹੀ ਸਮਾਂ ਕੱਟ ਰਹੇ ਸਨ। ਧਿਆਨ ਹਰ ਵੇਲੇ ਗੁਰੂ ਚਰਨਾਂ ਵੱਲ ਸੀ। ਆਖਿਰ ਪ੍ਰੇਮ ਇਤਨਾ ਵੱਧ ਗਿਆ ਕਿ ਨੈਣ ਵੀ ਭਰ ਆਏ। ਮਹਾਪ੍ਰੀਤ ਤੇ ਚਿੱਤ ਉਮਗਾਵੇ ਲੋਚਨ ਭਰੇ ਨੀਰ ਚਲਕਾਵੇ। ਪਰ ਕਹਿੰਦੇ ਕੁਝ ਨਹੀਂ ਸੀ। ਮਤਾ ਗੁਰੂ ਜੀ ਦਾ ਹੁਕਮ ਹਮਰੇ ਕਹੇ ਆਵਣੋ ਇਹ ਉਲੰਘਿਆ ਜਾਵੇ। ਜਦ ਗੁਰੂ ਦਰਸ਼ਨਾਂ ਦੀ ਤਾਂਘ ਹੱਦਾਂ ਟੱਪਣ ਲੱਗੀ ਤਾਂ ਆਪ ਜੀ ਨੇ ਚਾਤਰਿਕ ਦੀ ਇੱਕ ਤਸਵੀਰ ਇੱਕ ਕਾਗਜ਼ ਤੇ ਬਣਾ ਕੇ ਅੰਮ੍ਰਿਤਸਰ ਭੇਜੀ। ਗੁਰੂ ਰਾਮਦਾਸ ਜੀ ਨੇ ਉੱਤਰ ਵਜੋਂ ਮੇਘਬਾਣ ਲਿਖ ਵਾਪਸ ਭੇਜ ਦਿੱਤੀ। ਗੁਰੂ ਅਰਜਨ ਦੇਵ ਜੀ ਜਾਣ ਗਏ ਕਿ ਜਦ ਗੁਰੂ ਮੇਘਬਾਣ ਛੱਡੇਗਾ ਚਾਤਰਿਕ ਨੂੰ ਸਵੰਤੀ ਬੂੰਦ ਮਿਲੇਗੀ। ਅਜੇ ਹੋਰ ਉਡੀਕਣ ਦਾ ਇਸ਼ਾਰਾ ਸੀ। श्री अर्जन लाहौर ते चातरिक की तस्वीर प्रगट करन अपनी दशा भेजी सतगुर तीर। रामदास सतगुर मेघ बाण लिख दीन। श्री अर्जन आनंद भै वांछत उत्तर दीन। समा होर बीतन नाल विछोड़ा असह होई जाए। कदे उच्ची सुर नाल कीर्तन करदे अते गुर महिमा करदे करदे कीर्तन विच ही नैणा विच जल वह तुरदा। कब गावत गद गद सुर होवत पिता परम प्रिय निकट न जोवत। कब संगत मह गुर गुण कहे कमल बिलोचन ते जल बहे। हुण गुरु अर्जन देव जी ने एक खत लिखण दा निर्णय लिया। अपनी मानसिक दशा दसी। ਪ੍ਰਿਥੀ ਚੰਦ जी ने गुरु तक पुजन ही ना दिता सगों गुरु रामदास जी दे कंन भरने शुरू किए कि लाहौर जाके कोई सुख सुनेहा भी नहीं भेजा।
ਉੱਥੇ ਗੁਰੂ ਬਣ ਬੈਠਾ ਹੈ। ਗੁਰੂ ਜੀ ਨੇ ਦੂਜੀ ਪਾਤੀ ਲਿਖੀ। ਪ੍ਰਿਥੀ ਚੰਦ ਨੇ ਉਹ ਵੀ ਹਥਿਆਲੀ ਅਤੇ ਲਿਆਉਣ ਵਾਲੇ ਸਿੱਖ ਨੂੰ ਕਿਹਾ ਕਿ ਉਹ ਬਾਹਰ ਉਡੀਕੇ, ਉਹ ਅੰਦਰੋਂ ਉੱਤਰ ਲੈ ਕੇ ਆਉਂਦਾ ਹੈ। ਚਿੱਠੀ ਉਸ ਕੀ ਪਹੁੰਚਾਉਣੀ ਸੀ। ਉੱਤਰ ਕੋਲੋਂ ਬਣਾ ਕੇ ਸਿੱਖ ਨੂੰ ਦੇ ਦਿੱਤਾ ਕਿ ਗੁਰੂ ਜੀ ਕਹਿੰਦੇ ਹਨ ਕਿ ਅਰਜਨ ਨੂੰ ਕਹਿ ਦੇਣਾ ਕਿ ਧਰਮਸ਼ਾਲਾ ਬਣਵਾਵੇ। ਸਤ ਸੰਗਤ ਦੇ ਦਰਸ਼ਨ ਹੀ ਉਸ ਦੇ ਦਰਸ਼ਨ ਹਨ। ਅਸਲ ਵਿੱਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਸੀ ਅਤੇ ਪ੍ਰਿਥੀ ਚੰਦ ਦਾ ਖਿਆਲ ਸੀ ਕਿ ਅਰਜਨ ਦੇ ਉੱਥੇ ਅੰਮ੍ਰਿਤਸਰ ਨਾ ਹੋਣ ਕਾਰਨ ਗੁਰਗੱਦੀ ਦੀ ਜ਼ਿੰਮੇਵਾਰੀ ਉਸ ਨੂੰ ਮਿਲ ਜਾਵੇਗੀ। ਸਮਾਂ ਸਮੀਪ ਆਏ ਸੋ ਗਇਓ, ਗੁਰਤਾ ਤਿਲਕ ਤਬ ਹੈ ਮੈਂ ਲਇਓ। ਇੱਕ ਵਾਰੀ ਗੱਦੀ ਹੱਥ ਆ ਗਈ, ਫਿਰ ਕੋਈ ਖਾਉਣ ਵਾਲਾ ਨਹੀਂ। ਪਰ ਉਹ ਭੁੱਲ ਗਿਆ ਸੀ ਕਿ ਛਲ ਬਲ ਨਾਲ ਵੀ ਕਿਸੇ ਨੂੰ ਗੁਰਪਦਵੀ ਜਿਹੀ ਮਹਾਨ ਵਸਤੂ ਮਿਲੀ ਹੈ। ਤੀਜੀ ਚਿੱਠੀ ਗੁਰੂ ਅਰਜਨ ਨੇ ਬੜੀ ਇਹਤਿਆਤ ਨਾਲ ਸਿੱਖ ਨੂੰ ਪੱਕੀ ਕਰਕੇ ਭੇਜੀ ਕਿ ਕੇਵਲ ਗੁਰੂ ਪਿਤਾ ਜੀ ਦੇ ਹੱਥ ਦੇਣੀ। ਅੰਕ ਤੀਜਾ ਪੜ੍ਹ ਕੇ ਗੁਰੂ ਜੀ ਨੇ ਚਿੱਠੀ ਲਿਆਉਣ ਵਾਲੇ ਨੂੰ ਪੁੱਛਿਆ ਕਿ ਪਹਿਲੀਆਂ ਦੋ ਕਿੱਥੇ ਹਨ, ਤਾਂ ਉਸ ਦੱਸਿਆ ਕਿ ਪ੍ਰਿਥੀ ਚੰਦ ਜੀ ਨੇ ਲੈ ਲਈਆਂ ਸਨ ਅਤੇ ਆਪ ਜੀ ਵੱਲੋਂ ਉੱਤਰ ਵੀ ਪਹੁੰਚਾਉਂਦੇ ਰਹੇ ਹਨ। ਭਰੇ ਦਰਬਾਰ ਵਿੱਚ ਹੀ ਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਪੁੱਛਿਆ ਕਿ ਪਹਿਲੀਆਂ ਦੋ ਚਿੱਠੀਆਂ ਕਿੱਥੇ ਹਨ, ਤਾਂ ਖਿਝ ਕੇ ਕਹਿਣ ਲੱਗਾ ਕਿ ਮੈਂ ਕੀ ਕਰਨੀਆਂ ਹਨ ਇਹ ਚਿੱਠੀਆਂ ਲੈ ਕੇ। ਮੈਂ ਕਿਹੜਾ 2 ਉਂਗਲਾਂ ਕਾਗਜ਼ ਨਾਲ ਗੁੱਡੀ ਚੜ੍ਹਾ ਲੈਣੀ ਹੈ। ਇਹ ਕਿਹੜੀ ਹੁੰਡੀ ਹੈ ਜਿਸ ਨੂੰ ਛੁਪਾ ਕੇ ਮੈਂ ਧਨ ਲੈਣਾ ਹੈ। ਗੱਲ ਤਾਂ ਇਤਬਾਰ ਦੀ ਸੀ। ਗੁਰੂ ਪਿਤਾ ਜੀ ਨੂੰ ਉਹ ਜਾਨੀ ਜਾਣ ਨਹੀਂ ਸੀ ਗਿਣਦਾ। 3 ਵਾਰ ਪਿਤਾ ਦੇ ਬਚਨ ਉਲਟਾਏ। ਪਿਤਾ ਗੁਰ ਕੋ ਸਰਬ ਗਿਆ ਨਾ ਜਾਣਾ। ਗੁਰੂ ਜੀ ਨੇ ਇੱਕ ਸੇਵਕ ਨੂੰ ਪ੍ਰਿਥੀ ਚੰਦ ਦੇ ਘਰ ਭੇਜਿਆ ਤਾਂ ਕਾਗਜ਼ ਉਸ ਦੀ ਕਮੀਜ਼ ਵਿੱਚੋਂ ਹੀ ਕੱਢ ਦਿੱਤੇ। ਫਿਰ ਮਹਾਰਾਜ ਨੇ ਸਭ ਨੂੰ ਸੁਣਾ ਕੇ ਕਿਹਾ, ਇਹ ਕੈਸੀ ਗੁਰਮੁਖਤਾਈ ਹੈ, ਇਹ ਕੈਸੀ ਗਰੀਬੀ ਦੱਸਦਾ ਰਿਹਾ ਹੈ। ਦੇਖੋ ਜੋ ਕਪਟ ਤੋਂ ਹੀਨ ਬਣਦਾ ਸੀ ਅਸਲ ਵਿੱਚ ਮੀਣਾ ਹੈ। ਬੜੋ ਗਰੀਬ ਕਪਟ ਤੇ ਹੀਨ ਨਹੀਂ ਕੁਟਿਲਤਾ ਦੀਰਘ ਮੀਣਾ। ਫਿਰ ਫਰਮਾਇਆ, ਇਹ ਹੈ ਤੇਰਾ ਆਚਰਣ ਜਿਸ ਦੇ ਸਹਾਰੇ ਗੱਦੀ ਦਾ ਸੁਪਨਾ ਲੈਂਦਾ ਰਿਹਾ ਹੈ। ਤੇਰੇ ਵਿੱਚ ਵਾਸ਼ਨਾ ਤ੍ਰਿਸ਼ਨਾ ਦੀ ਹੀ ਭੀੜ ਹੈ, ਤੇਰੇ ਵਿੱਚ ਪਕੜ ਹੀ ਪਕੜ ਹੈ। ਗੁਰਿਆਈ ਤਾਂ ਦੇਣ ਮਾਰਗ ਹੈ, ਨਹੀਂ ਊਚ ਪਦ ਇਸਕੇ ਭਾਗ। ਇਹ ਛਲ ਬਲ ਕਰ ਚਾਹਤ ਗੁਰਿਆਈ। ਇਹ ਧਨ ਹੀ ਇਕੱਠਾ ਕਰਦਾ ਰਿਹਾ ਹੈ ਅਤੇ ਜਗਤ ਭਰ ਦੀ ਚਤੁਰਾਈ ਹੀ ਸਿੱਖਦਾ ਰਿਹਾ ਹੈ। ਕਰ ਹੰਕਾਰ ਨਾ ਕਬ ਬਚ ਮਾਰਨਾ, ਧਨ ਕੋ ਸਾਂਭਤ ਰਹਿਓ ਮਹਾਨਾ। ਜਗ ਵਿਵਹਾਰਨ ਮਹਿ ਚਤੁਰਾਈ, ਇੱਕ ਭੀ ਗੁਣ ਨਹਿ ਲੈ ਗੁਰਿਆਈ। ਬਾਬਾ ਬੁੱਢਾ ਜੀ ਨੇ ਵੀ ਕਿਹਾ ਕਿ ਗੁਰਗੱਦੀ ਲਾਇਕ ਗੁਰੂ ਅਰਜਨ ਜੀ ਹੀ ਹਨ। ਗੁਰਤਾ ਦਾ ਭਾਰ ਉਹ ਹੀ ਚੁੱਕ ਸਕਦੇ ਹਨ ਜਿਨ੍ਹਾਂ ਵਿੱਚ ਅਥਾਹ ਦਾ ਧੀਰਜ ਅਤੇ ਸ਼ੀਲ ਬਲ ਹੈ। ਹੁਕਮ ਵਿੱਚ ਹੀ ਗੁਰੂ ਅਰਜਨ ਜੀ ਸਮਾਏ ਰਹਿੰਦੇ ਹਨ। ਸੋ ਗੁਰੂ ਰਾਮਦਾਸ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਹੋਰ 5 ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਲਿਆਉਣ ਤਾਂ ਕਿ ਆਉਂਦੇ ਸਾਰ ਗੁਰਗੱਦੀ ਦੀ ਜ਼ਿੰਮੇਵਾਰੀ ਅਰਜਨ ਜੀ ਨੂੰ ਸੌਂਪੀ ਜਾਏ। ਬਾਬਾ ਬੁੱਢਾ ਜੀ ਆਦਰ ਨਾਲ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਏ ਅਤੇ ਭਰੇ ਦਰਬਾਰ ਵਿੱਚ ਸਿੱਖੀ ਮਰਿਆਦਾ ਅਨੁਸਾਰ ਉਹਨਾਂ ਤਿਲਕ ਲਗਾਇਆ ਅਤੇ ਗੁਰੂ ਰਾਮਦਾਸ ਜੀ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਪਰਿਕਰਮਾ ਕੀਤੀ। ਗੋਸ਼ਟ ਮਿਹਰਵਾਨ ਦੇ ਸ਼ਬਦਾਂ ਅਨੁਸਾਰ ਤਬ ਗੁਰੂ ਰਾਮਦਾਸ ਜੀ ਸੰਮਤ 1638 ਭਾਦੋਂ ਸੁਣੀ 3 ਸ਼ਬਦ ਕੀ ਥਾਪਣਾ। ਗੁਰੂ ਅਰਜਨ ਕਿਉਂ ਦੇ ਕਰ ਸੱਚ ਖੰਡ ਕਿਉਂ ਸਿਧਾਰੇ। ਇਸ ਹਿਸਾਬ ਨਾਲ 28 ਅਗਸਤ 1581 ਬਣਦਾ ਹੈ। 2 ਦਿਨ ਹੋਰ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਰਹੇ ਸਨ। ਤੀਜੇ ਦਿਨ 31 ਅਗਸਤ ਗੋਇੰਦਵਾਲ ਆ ਗਏ ਸਨ। ਗੁਰੂ ਅਰਜਨ ਦੇਵ ਜੀ ਨਾਲ ਹੀ ਸਨ। ਇੱਕ ਰਾਤ ਸਿਰਫ ਆਪ ਜੀ ਗੋਇੰਦਵਾਲ ਰਹੇ ਤੇ ਅਗਲੇ ਦਿਨ ਭਾਵ 1 ਸਤੰਬਰ 1581 ਨੂੰ ਜੋਤੀ ਜੋਤ ਸਮਾ ਗਏ। ਗਵਾਹੀ ਹੈ, ਇੱਕ ਦਿਨ ਬਸ ਕੇ ਗੋਇੰਦਵਾਲਾ ਤਨ ਤਜ ਗਏ ਬੈਕੁੰਠ ਕਿਰਪਾਲਾ। ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਦੇ ਚੌਥੇ ਪਾਤਸ਼ਾਹ ਨੇ ਬਚਨ ਕੀਤੇ ਕਿ ਗੁਰੂ ਅਰਜਨ ਦੇਵ ਜੀ ਮੇਰਾ ਹੀ ਰੂਪ ਹਨ। ਹੁਣ ਸਭ ਨੇ ਇਹਨਾਂ ਨੂੰ ਹੀ ਗੁਰੂ ਜਾਣਨਾ ਹੈ। ਇਹ ਹੀ ਦੁੱਖ ਹਰਤਾ ਤੇ ਸੁਖ ਦਾਤੇ ਹਨ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਵੀ ਇਹ ਦਰਜ ਹੈ ਕਿ ਰਾਮਦਾਸ ਪੂਰਨ ਪੁਰਖ ਸਮਾਂ ਅੰਤ ਨਿਜ ਜਾਣ, ਨਿਜ ਗੁਰਿਆਈ ਤਬ ਦਈ ਅਰਜਨ ਗੁਰ ਪਛਾਣ। ਗਿਆਨੀ ਠਾਕੁਰ ਸਿੰਘ ਨੇ ਗੁਰਦੁਆਰਾ ਦਰਸ਼ਨ ਵਿੱਚ ਲਿਖਿਆ ਹੈ ਕਿ ਇਹ ਸਾਰੀ ਵਾਰਤਾ ਗੁਰ ਕੇ ਮਹਿਲ ਵਿਖੇ ਹੋਈ ਸੀ। ਦੀਵਾਨ ਵੀ ਉੱਥੇ ਹੀ ਸਜਿਆ ਸੀ ਅਤੇ ਜ਼ਿੰਮੇਵਾਰੀ ਵੀ ਉੱਥੇ ਹੀ ਸੌਂਪੀ ਗਈ ਸੀ। ਇਹ ਸਭ ਦੇਖ ਕੇ ਪ੍ਰਿਥੀ ਚੰਦ ਸੜ ਗਿਆ। ਉਹ ਪਹਿਲਾਂ ਬਾਬਾ ਬੁੱਢਾ ਜੀ ਨਾਲ ਬਹੁਤ ਖੈਬੜਿਆ, ਡਰਾਵੇ ਦਿੱਤੇ ਅਤੇ ਇੱਥੋਂ ਤੱਕ ਕਿਹਾ ਕਿ ਸਭ ਕੀ ਕਰੀ ਉਲਟ ਅਬ ਦੇਹੋ। ਬਾਬਾ ਜੀ ਸ਼ਾਂਤ ਚਿੱਤ ਰਹੇ ਅਤੇ ਉਸ ਨੂੰ ਸਮਝਾਉਣ ਲੱਗੇ ਕਿ ਤੁਸਾਂ ਟੇਕ ਪਦਾਰਥਾਂ
ਮੁਲਾਕਾਤਾਂ, ਸਹਿਜ ਸਿਆਣਪਾਂ, ਮਸੰਦਾਂ ਤੇ ਝੂਠੀਆਂ ਬਾਹਾਂ ਤੇ ਰੱਖੀ। ਕਦੇ ਗੁਰਮਤਿ ਗ੍ਰਹਿਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਵਸਤੂ ਬਖੀਲੀਆਂ ਨਾਲ ਹੱਥ ਨਹੀਂ ਆਉਂਦੀ, ਨਿਮਰਤਾ ਵਾਲੇ ਦੀ ਹੀ ਝੋਲੀ ਪੈਂਦੀ ਹੈ। ਕਰੇ ਬਖੀਲੀ ਹਾਥ ਨਾ ਆਵੇ, ਗਰਹਿ ਨਿਮਰਤਾ ਬਾਂਸ਼ਤ ਪਾਵੇ। ਹੁਣ ਵੀ ਗੁਰੂ ਦੀ ਸ਼ਰਨ ਪੈ ਜਾ, ਉਹਨਾਂ ਦੇ ਕੀਤੇ ਤੇ ਫੁੱਲ ਚਾੜ, ਜਿਵੇਂ ਹੁਕਮ ਦੇਣ ਤਿਵੇਂ ਹੀ ਕਰ। ਉੱਥੋਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਪਾਸ ਆਇਆ। ਇੱਥੇ ਵੀ ਉੱਚਾ ਉੱਚਾ ਬੋਲਣ ਲੱਗਾ। ਮਹਾਰਾਜ ਨੇ ਧੀਰਜ ਨਾਲ ਸਮਝਾਇਆ, ਬੇਟਾ ਪਿਤਾ ਨਾਲ ਝਗੜੇ ਪਾਉਣੇ ਠੀਕ ਨਹੀਂ। ਜਿਸ ਨੇ ਜੰਮਿਆ ਪਾਲਿਆ ਹੈ ਤਿਸ ਨਾਲ ਝਗੜਨਾ ਤਾਂ ਬਹੁਤ ਹੀ ਮੰਦਾ ਕਰਮ ਹੈ। ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਜੀ ਨੂੰ ਇਹ ਵੀ ਕਿਹਾ ਸੀ ਕਿ ਤੁਹਾਨੂੰ ਅਤੇ ਤੁਹਾਡੇ ਪੁੱਤਰ ਗੁਰੂ ਅਰਜਨ ਨੂੰ ਐਸਾ ਕਸ਼ਟ ਦਿਆਂਗਾ ਕਿ ਸਾਰੇ ਦੇਖਦੇ ਹੀ ਰਹਿਣਗੇ। ਮਹਾਰਾਜ ਨੇ ਫਰਮਾਇਆ, ਜਿਸ ਧਨ ਬਾਹਾਂ ਤੇ ਜ਼ੋਰ ਦਾ ਜ਼ਿਕਰ ਨਿਤ ਕਰਦੇ ਹੋ, ਉਹ ਧਨ ਕਦੇ ਵੀ ਕਿਸੇ ਦਾ ਆਪਣਾ ਨਹੀਂ ਬਣਿਆ। ਹਰ ਇੱਕ ਮਨੁੱਖ ਮਾਇਆ ਦਾ ਚਸਕਾ ਅੰਤ ਵੇਲੇ ਇੱਕ ਖਿਣ ਪਲ ਵਿੱਚ ਹੀ ਛੱਡ ਜਾਂਦਾ ਹੈ। ਜਦੋਂ ਛੱਡਦਾ ਹੈ ਫਿਰ ਛੱਡਣ ਦਾ ਹੌਂਕਾ ਲੱਗਦਾ ਹੈ। ਇਸ ਦਾ ਡਰ ਨਾ ਦੇ, ਇਹ ਤੇਰਾ ਹੀ ਮਾਰੂ ਬਣੇਗਾ। ਜਿਸ ਧਨ ਕਾ ਤੁਮ गर्व करत हो, सो धन किस है न आप, खिण मह छोड़ जाए बिख्या रस, त्यों लागे पछताप। ਪ੍ਰਿਥੀ ਚੰਦ ਦੀ ਆਤਮਾ ਨੂੰ ਵੀ ਟੁੰਬਿਆ ਤੇ ਕਿਹਾ, ਬੇਟਾ ਉਂਝ ਤਾਂ ਆਪਣੇ ਅੰਦਰ ਦੀ ਫਿਟਕਾਰ ਨੂੰ ਉਹੀ ਮਨੁੱਖ ਜਾਣਦਾ ਹੈ ਜਿਸ ਦੇ ਹਿਰਦੇ ਵਿੱਚ ਇਹ ਬਖੀਲੀ ਵਾਲੀ ਦਸ਼ਾ ਵਾਪਰਦੀ ਹੈ। ਪਰ ਤੁਸੀਂ ਜਗਤ ਦੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਪੁੱਛ ਕੇ ਵਿਚਾਰ ਕਰ ਵੇਖੋ। ਇਹ ਯਕੀਨੀ ਬਾਤ ਹੈ ਕਿ ਜਗਤ ਦੇ ਸ਼ੁਰੂ ਤੋਂ ਲੈ ਕੇ ਕਦੇ ਵੀ ਕਿਸੇ ਮਨੁੱਖ ਨੇ ਮਹਾਪੁਰਸ਼ਾਂ ਨਾਲ ਈਰਖਾ ਦੇ ਰਾਹੀਂ ਨਹੀਂ ਲੱਭਾ। ਆਪਣੇ ਵੱਡਿਆਂ ਨਾਲ ਨਿਮਰਤਾ ਭਾਵਨਾ ਰੱਖਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਜਿਸ ਘਰ ਵਿਰਤੀ ਸੋਈ ਜਾਣੇ, ਜਗਤ ਗੁਰੂ ਨਾਨਕ ਪੂਛ ਕਰਿਓ ਵਿਚਾਰਾ, ਚਹੋ ਪੀੜੀ ਆਦ ਜੁਗਾਦ ਬਖੀਲੀ, ਕੀਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਬੰਸਾਵਲੀ ਨਾਮਾ ਵਾਲਾ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਨੇ ਫਿਰ ਪ੍ਰਿਥੀ ਚੰਦ ਨੂੰ ਕਿਹਾ ਜਿਵੇਂ ਵੱਡਿਆਂ ਦਾ ਕਿਹਾ, ਮੋਹਣ ਮੋਹਰੀ ਹੈ ਮੰਨ ਲਿਆ ਤੋ ਸਾਨੂੰ ਵੀ ਚਾਹੀਏ, ਤਿਉਂ ਹੀ ਕੀਆ। ਇਹਨਾਂ ਬਚਨਾਂ ਦਾ ਬਾਬਾ ਪ੍ਰਿਥੀ ਚੰਦ ਤੇ ਅਜਿਹਾ ਪ੍ਰਭਾਵ ਪਿਆ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਅੱਗੇ ਸਿਰ ਝੁਕਾ ਦਿੱਤਾ। ਇਹ ਵਕਤੀ ਸੀ ਅਤੇ ਦੁਬਿਧਾ ਉਸਨੇ ਬਣਾਈ ਰੱਖੀ। ਗੁਰੂ ਰਾਮਦਾਸ ਜੀ ਪ੍ਰਿਥੀਏ ਹੈ ਮਨਾਇਆ, ਸਭਨਾਂ ਨੂੰ ਗੁਰੂ ਅਰਜਨ ਦੇ ਪੈਰੀਂ ਪਾਇਆ, ਪਰ ਮਨ ਪ੍ਰਿਥੀਏ ਦੇ ਦੁਬਿਧਾ ਰਹੀ। ਉਸ ਵੇਲੇ ਤਾਂ ਮੰਨੀ ਪਿਓ ਦੀ ਕਹੀ। ਦੁਬਿਧਾ ਦਾ ਪ੍ਰਗਟਾਵਾ ਪ੍ਰਿਥੀ ਚੰਦ ਨੇ ਜ਼ਹਿਰ ਉਗਲ ਕੇ ਕੀਤਾ। ਜਦ ਤੀਜੇ ਦਿਨ ਗੋਇੰਦਵਾਲ ਵਿਖੇ ਸਾਹਿਬ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਉਸ ਇਹ ਪ੍ਰਚਾਰ ਕਰਨਾ ਚਾਹਿਆ ਕਿ ਗੁਰੂ ਅਰਜਨ ਨੇ ਗੁਰੂ ਰਾਮਦਾਸ ਜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। 2 ਦਿਨ ਵੀ ਸਬਰ ਨਹੀਂ ਕੀਤਾ, ਪੂਜਾ ਦੇ ਲਾਲਚ ਵਿੱਚ ਗੁਰੂ ਪਿਤਾ ਨੂੰ ਮਾਰ ਦਿੱਤਾ। ਪਰ ਸਾਰੀ ਜੁੜੀ ਸੰਗਤ ਜਾਣਦੀ ਸੀ ਕਿ ਪ੍ਰਿਥੀਆ ਆਪਣਾ ਅੰਦਰ ਦਾ ਜ਼ਹਿਰ ਬਾਹਰ ਕੱਢ ਰਿਹਾ ਹੈ। ਗੁਰੂ ਰਾਮਦਾਸ ਜੀ ਤਾਂ ਜਾਂਦੀ ਵਾਰੀ ਵੀ ਭਰੀ ਸੰਗਤ ਵਿੱਚ ਬਚਨ ਕਰ ਗਏ ਸਨ। ਸਤਨਾਮ ਦਾ ਧਿਆਨ ਕਰਨਾ, ਗੁਰੂ ਅਰਜਨ ਵਿੱਚ 4 ਹੀ ਗੁਰਾਂ ਦੇ ਦਰਸ਼ਨ ਕਰਨੇ, ਕੋਈ ਭੇਦ ਨਹੀਂ ਹੈ। ਇਹ ਸਮੁੰਦਰ ਵਾਂਗ ਸ਼ਾਂਤ ਅਤੇ ਰਤਨਾਂ ਨਾਲ ਭਰੇ ਹੋਏ ਹਨ। ਇਸ ਨਾਲ ਜੋ ਵੈਰ ਕਮਾਏਗਾ ਉਸ ਦਾ ਬਣਨਾ ਤਾਂ ਇੱਕ ਪਾਸੇ, ਦੀਨ ਦੁਨੀਆ ਵਿੱਚ ਦੁੱਖ ਪਾਏਗਾ। ਇਸ ਕੈ ਸੰਗ ਜੋ ਰਚੇ ਖੁਟਾਈ, ਪੂਜੇ ਨਾ ਦੀਨ ਦੁਨੀ ਦੁੱਖ ਪਾਈ। ਆਪਣੇ ਵੱਲੋਂ ਸਾਰੇ ਝਗੜੇ ਨਿਬੇੜ ਅਤੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਗੁਰੂ ਰਾਮਦਾਸ ਜੀ ਗੋਇੰਦਵਾਲ ਚਲੇ ਗਏ। ਗੁਰੂ ਅਰਜਨ ਦੇਵ ਜੀ ਅਤੇ ਹੋਰ ਮੁਖੀ ਸਿੱਖ ਨਾਲ ਹੀ ਸਨ। ਪ੍ਰਿਥੀ ਚੰਦ ਅਤੇ ਮਹਾਦੇਵ ਨੇ ਅੰਮ੍ਰਿਤਸਰ ਰਹਿਣਾ ਹੀ ਉਚਿਤ ਸਮਝਿਆ। 1 ਸਤੰਬਰ 1518 ਨੂੰ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਜੀ ਉੱਠੇ, ਬੌਲੀ ਵਿਖੇ ਇਸ਼ਨਾਨ ਕੀਤਾ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਪਿੱਛੋਂ ਫਿਰ ਫਰਮਾਇਆ ਕਿ ਗੁਰੂ ਅਰਜਨ 4 ਗੁਰੂ ਸਹਿਬਾਨ ਦਾ ਰੂਪ ਹੈ। ਰਤਾ ਭਰ ਵੀ ਭੇਦ ਨਾ ਜਾਣਨਾ, ਏਕ ਰੂਪ ਪੰਛੈ ਕੋ ਜਾਣੇ, ਭੇਦ ਰਤੀਕ ਨਹੀਂ ਮਨ ਠਾਣੇ। ਫਿਰ ਗੁਰੂ ਅਰਜਨ ਦੇਵ ਜੀ ਵੱਲ ਮੂੰਹ ਕਰਕੇ ਉਚੇਚਾ ਕਿਹਾ, ਅੰਮ੍ਰਿਤਸਰ ਨੂੰ ਪੱਕਾ ਕਰਨਾ ਇਹ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਅਤੇ ਮੇਰੀ ਇੱਛਾ ਹੈ। ਉੱਥੇ ਵਿਚਕਾਰ ਹਰਮੰਦਰ ਵੀ ਉਸਾਰਨਾ ਜੋ ਸੱਚਮੁੱਚ ਪ੍ਰਭੂ ਨੂੰ ਪਾਉਣ ਦਾ ਸਾਧਨ ਹੋਵੇ। ਹਰਮੰਦਰ ਬਿਲਕੁਲ ਇਸ ਤਰ੍ਹਾਂ ਸੋਭਾ ਪਾਵੇ ਕਿ ਦੇਖਣ ਵਾਲੇ ਨੂੰ ਪ੍ਰਤੀਤ ਹੋਵੇ ਕਿ ਪ੍ਰਭੂ ਦਾ ਬਿਬਾਨ ਮਾਨੋ ਆਕਾਸ਼ ਵਿੱਚ ਟਿਕਿਆ ਹੈ। ਗੁਰੂ ਅਰਜਨ ਦੇਵ ਨੇ ਸੀਸ ਨਵਾਇਆ ਤੇ ਬੇਨਤੀ ਕੀਤੀ ਕਿ ਆਪ ਜੀ ਦੀ ਬਖਸ਼ਿਸ਼ ਨਾਲ ਐਸਾ ਹੀ ਹੋਵੇਗਾ। ਕਰਨਕ ਰਾਵਣ ਮੈਂ ਤੁਮ ਜੋਰ। ਫਿਰ ਮੋਹਨ ਜੀ ਅਤੇ ਮੋਹਰੀ ਜੀ ਨੂੰ ਕਿਹਾ, ਤੁਸੀਂ ਦੋਵੇਂ ਈਰਖਾ ਰਹਿਤ ਅਤੇ ਨਿਰਸ਼ਲ ਹੋ। ਹੁਣ ਗੁਰੂ ਅਰਜਨ ਜੀ ਵਿੱਚ ਵੀ ਫਰਕ ਨਾ ਕਰਨਾ। ਮੋਹਰੀ ਜੀ ਨੇ ਉਸੇ ਸਮੇਂ ਉੱਠ ਕੇ ਗੁਰੂ ਅਰਜਨ ਦੇ ਪੈਰੀਂ ਹੱਥ ਲਗਾਏ। ਗੁਰੂ ਅਰਜਨ ਜੀ ਨੇ
ਧੰਨ ਮੋਹਰੀ ਕਿਹਾ। ਅਜੇ ਬਚਨ ਹੋ ਹੀ ਰਹੇ ਸਨ ਕਿ ਬੀਬੀ ਭਾਨੀ ਜੀ ਨੇ ਸੰਗਤ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਆਗਿਆ ਬਖਸ਼ੋ ਕਿ ਨਾਲ ਹੀ ਪ੍ਰਾਣ ਤਿਆਗਾਂ। ਮੈਂ ਰਾਵਰ ਕੇ ਸੰਗ ਸਿਧਾਰੋ, ਤੁਮ ਬਿਨ ਨਹੀਂ ਜੀਵਿਓ ਧਾਰੋ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਸਰੀਰ ਵਾਹਿਗੁਰੂ ਨੇ ਬਣਾਇਆ ਹੈ, ਜਿਸ ਪ੍ਰਭੂ ਨੇ ਬਣਾਇਆ ਹੈ ਉਸੇ ਦਾ ਹੱਕ ਤੇ ਕਾਰਜ ਹੈ ਲੈਣ ਦਾ। ਫਿਰ ਕਹਿਣ ਲੱਗੇ, ਹੇ ਬਹੁਤ ਜਸ ਵਾਲੀ ਮਹਾਜਸੇ, ਤੇਰੇ ਸਮਾਨ ਕੋਈ ਵਿਰਲਾ ਹੀ ਹੈ, ਜਿਸ ਦੇ ਪਿਤਾ ਗੁਰੂ ਅਮਰਦਾਸ ਜੀ ਹਨ। ਤੁਸੀਂ ਬਹੁਤ ਸ਼ੋਭਾ ਖੱਟੀ ਹੈ, ਤੇਰੇ ਤੇ ਸਾਡੀ ਬਹੁਤ ਖੁਸ਼ੀ ਹੈ। ਜਿਵੇਂ ਅਸਾਂ ਕਿਹਾ ਤਿਵੇਂ ਤੁਸੀਂ ਕਰਦੇ ਹੋ। ਪੁੰਨ ਤੁਵ ਪਰ ਪ੍ਰਸੰਨ ਹਮ ਰਹੇ, ਮਾਨਿਆ ਤਥਾ ਜਥਾ ਬਚ ਰਹੇ। ਫਿਰ ਤੇਰੇ ਘਰ ਗੁਰੂ ਅਰਜਨ ਜੀ ਵਰਗਾ ਬੇਟਾ ਹੋਇਆ ਹੈ। ਤੁਹਾਡਾ ਅਜੇ ਸਰੀਰ ਵਿੱਚ ਰਹਿਣਾ ਜ਼ਰੂਰੀ ਹੈ। ਤੁਸਾਂ ਹੀ ਇਸ ਵੱਧ ਰਹੀ ਈਰਖਾ ਨੂੰ ਰੋਕਣਾ ਹੈ ਜੋ ਪ੍ਰਿਥੀ ਚੰਦ ਨੇ ਉਠਾਉਣੀ ਹੈ। ਤੁਸੀਂ ਰਾਗ ਦਵੈਖ ਤੋਂ ਉੱਚੇ ਹੋ। ਤੁਸੀਂ ਸਭ ਨੂੰ ਸੇਵਾ ਵਿੱਚ ਲਗਾ ਧੀਰਜ ਵੰਡਦੇ ਰਹਿਣਾ। ਫਿਰ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਿਹਾ, ਜਾਣ ਪਿੱਛੋਂ ਕਿਸੇ ਸੋਗ ਜਾਂ ਵਿਯੋਗ ਨਾ ਕਰਨਾ, ਨਿਰੋਲ ਕੀਰਤਨ ਤੇ ਭਜਨ ਹੀ ਕਰਨਾ। ਮਮ ਪਾਛੇ ਭਜਨ ਕੀਰਤਨ ਕਰਨਾ, ਸੋਗ ਵਿਯੋਗ ਮਨ ਮੋਹ ਨਹੀਂ ਧਰਨਾ। ਇਤਨੇ ਬਚਨ ਕਹਿ ਕੇ ਬਾਬਾ ਬੁੱਢਾ ਜੀ ਵੱਲ ਦੇਖਿਆ ਅਤੇ ਬੈਠੇ ਹੀ ਬੈਠੇ ਗੁਰੂ ਅਰਜਨ ਜੀ ਅੱਗੇ ਸਿਰ ਝੁਕਾਇਆ ਅਤੇ ਸਮਾਧੀ ਸਥਿਤ ਹੋ ਗਏ। ਚਿਹਰੇ ਵੱਲ ਦੇਖਿਆ, ਇੰਜ ਪਿਆ ਲੱਗੇ ਕਿ ਲੀਨ ਹੋ ਰਹੇ ਹਨ। ਜਲ ਜਿਵੇਂ ਜਲ ਵਿੱਚ, ਅਗਨ ਅਗਨ ਵਿੱਚ ਅਤੇ ਪੌਣ ਆਕਾਸ਼ ਵਿੱਚ ਸਮਾਉਂਦੀ ਹੈ। ਸਾਰੇ ਪਾਸੇ ਸੁਗੰਧੀ ਫੈਲ ਰਹੀ ਸੀ। ਆਕਾਸ਼ ਗੁਲਾਬੀ ਭਾਅ ਮਾਰਨ ਲੱਗ ਪਿਆ। ਹਵਾ ਵਿੱਚ ਜੈ ਜੈ ਦੀਆਂ ਆਵਾਜ਼ਾਂ ਆ ਰਹੀਆਂ ਸੀ। ਇਹ ਲੱਗਦਾ ਸੀ ਕਿ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੈ। ਐਸਾ ਮਹਿਸੂਸ ਹੋ ਰਿਹਾ ਸੀ ਕਿ ਬਾਜੂ ਦੀ ਥਾਂ ਤੇ ਵਾਤਾਵਰਨ ਆਤਮ ਭਰਪੂਰ ਹੋ ਗਿਆ ਹੈ। ਬੀਬੀ ਭਾਨੀ ਜੀ ਪਤੀ ਪਾਸ ਬੈਠੇ ਸ਼ਬਦ ਲੀਨ ਹੋਏ ਬੈਠੇ ਸਨ, ਧੀਰਜ ਦੀ ਮੂਰਤ ਬਣੇ ਬੈਠੇ ਸਨ। ਕੋਈ ਰੁਦਨ ਜਾਂ ਰੋਣਾ ਨਹੀਂ। ਧਰੀ ਧੀਰ ਭਾਨੀ ਨਹਿ ਰੋਈ, ਬੈਠ ਪਤੀ ਸਮੀਪੀ ਹੋਈ। ਦੇਵਨੇਤ ਨਾਲ ਰੱਬੀ ਰਬਾਬੀ ਅਤੇ ਢੰਡਾਊ ਵੀ ਉੱਥੇ ਪੁੱਜੇ ਹੋਏ ਸਨ। ਉਹਨਾਂ ਦੇ ਆਗੂ ਕਲਸਹਾਰ ਨੇ ਗਵਾਹੀ ਭਰੀ ਹੈ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਰ ਪਾਇਓ, ਹਰੀ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬਿਠਾਇਓ। ਰਹਿਸ ਕੀਓ ਸੁਰਦੇਵ, ਤੋਹੇ ਜਸ ਜੈ ਜੈ ਜਪੀਐ। ਅਸਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪਿਐ। ਕਾਟੇ ਸੂ ਪਾਪ ਤਿਨ ਨਰਹੁ ਕੇ, ਗੁਰੂ ਰਾਮਦਾਸ ਜਿਨ ਪਾਇਓਈ। ਛਤਰ ਸਿੰਘਾਸਨ ਪ੍ਰਿਥਵੀ, ਗੁਰੂ ਅਰਜਨ ਕਉ ਧਿਆਇਓ। ਇੱਧਰ ਸਾਰੇ ਮਹਾਰਾਜ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਉਧਰੋਂ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ ਪ੍ਰਿਥੀ ਚੰਦ ਅਤੇ ਬੀਬੀ ਕਰਮੋ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 2 ਦਿਨ ਵੀ ਅਰਜਨ ਨੇ ਸਬਰ ਨਹੀਂ ਕੀਤਾ, ਜ਼ਹਿਰ ਦੇ ਕੇ ਪਿਤਾ ਨੂੰ ਮਾਰ ਦਿੱਤਾ ਹੈ। 2 ਦਿਨ ਬੀਤੇ ਨਾ ਬਿਸ ਕੋ ਖਵਾਇਓ। ਚੰਗੇ ਭਲੇ ਅੰਮ੍ਰਿਤਸਰ ਤੋਂ ਆਏ ਸਨ, ਹੋਰ ਜ਼ਹਿਰ ਤੋਂ ਇਲਾਵਾ ਕੀ ਕਾਰਨ ਹੋ ਸਕਦਾ ਹੈ। ਮੋਹਰੀ ਜੀ ਨੇ ਜਦ ਇਹ ਜ਼ਹਿਰੀਲੀ ਬਾਤ ਸੁਣੀ ਤਾਂ ਪ੍ਰਿਥੀ ਚੰਦ ਤੇ ਕਰਮੋ ਦੋਵਾਂ ਨੂੰ ਬਹੁਤ ਝਾੜਿਆ ਤੇ ਕਿਹਾ, ਮੁਨਾਸਬ ਵਾਕ ਬੋਲਣੇ ਚਾਹੀਦੇ ਹਨ। ਇਹ ਸਮਾਂ ਗੁਰੂ ਬਚਨਾਂ ਤੇ ਤੁਰਨ ਦਾ ਹੈ, ਨਾ ਕਿ ਈਰਖਾ ਦਰਸਾਉਣ ਦਾ। ਬਿਆਸਾ ਕਿਨਾਰੇ ਹੀ ਗੁਰੂ ਜੀ ਦੀ ਦੇਹ ਦਾ ਸੰਸਕਾਰ ਕੀਤਾ ਗਿਆ। ਬਿਆਸਾ ਕੰਢੇ ਭਿਆ ਸੰਸਕਾਰ ਦੀ ਗਵਾਹੀ ਮਹਿਮਾ ਪ੍ਰਕਾਸ਼ ਨੇ ਭਰੀ ਹੈ। ਉੱਥੇ ਹੀ ਗੁਰਦੁਆਰਾ ਦੇਹਰਾ ਸਾਹਿਬ ਬਣਿਆ ਸੀ, ਪਰ ਪਿੱਛੋਂ ਬਿਆਸ ਰੋੜ ਕੇ ਲੈ ਗਈ। ਗੁਰਗੱਦੀ ਦੀ ਜ਼ਿੰਮੇਵਾਰੀ ਤਾਂ ਪਹਿਲਾਂ ਹੀ ਗੁਰੂ ਰਾਮਦਾਸ ਜੀ ਆਪੂ ਸੌਂਪ ਗਏ ਸਨ, ਪਰ ਦਸਤਾਰਬੰਦੀ ਦੀ ਮਰਿਆਦਾ ਕਰਨ ਲਈ ਸੰਗਤਾਂ ਨੇੜੇ ਦੂਰ ਤੋਂ ਪੁੱਜ ਗਈਆਂ। ਰੱਬੀ ਰਾਹ ਦੇ ਢੰਡਾਊਆਂ ਭੱਟਾਂ ਨੇ ਸਭ ਕੁਝ ਅੱਖੀਂ ਡਿੱਠਾ ਅਤੇ ਫਿਰ ਉਚਾਰਿਆ ਸੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਾਂਤ ਚਿੱਤ ਸੁਭਾਅ ਦਾ ਉਹਨਾਂ ਉਚੇਚਾ ਜ਼ਿਕਰ ਕੀਤਾ ਹੈ। ਪ੍ਰਿਥੀ ਚੰਦ ਨੇ ਕਿਤਨੇ ਹੀ ਹਥਿਆਰ ਵਰਤੇ, ਪਰ ਗੁਰੂ ਦੀ ਨਿਮਰਤਾ ਅੱਗੇ ਕੋਈ ਵੀ ਨਾ ਚੱਲ ਸਕਿਆ। ਪ੍ਰਿਥੀ ਚੰਦ ਦੀ ਹੁਣ ਇੱਕ ਹੀ ਖਾਹਿਸ਼ ਸੀ ਕਿ ਪੱਗ ਉਸਨੂੰ ਬੰਨੀ ਜਾਏ ਤਾਂ ਕਿ ਗੁਰੂ ਦਾ ਵਾਰਿਸ ਕਹਿਲਾ ਸਕੇ। ਦਵਿਧਾ ਵੱਧਦੀ ਸੁਣ ਕੇ ਇਹ ਹੀ ਮਤਾ ਪਕਾਇਆ ਗਿਆ ਕਿ ਪ੍ਰਿਥੀ ਚੰਦ ਨੂੰ ਵੱਡੇ ਹੋਣ ਦੇ ਨਾਤੇ ਇੱਕ ਪੱਗ ਦਿੱਤੀ ਜਾਏ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਕਾਰਨ ਦੂਜੀ ਉਹਨਾਂ ਨੂੰ। ਬਾਬਾ ਸ਼੍ਰੀ ਚੰਦ ਨੇ 2 ਹੀ ਭਿਜਵਾਈਆਂ। ਸ਼੍ਰੀ ਚੰਦ ਜੇ 2 ਪੱਗ ਭਿਜਵਾਈ, ਇੱਕ ਪ੍ਰਿਥੀਏ ਨੂੰ, ਇੱਕ ਗੁਰੂ ਅਰਜਨ ਨੂੰ ਆਈ। ਭਰੇ ਦੀਵਾਨ ਵਿੱਚ ਇੱਕ ਪੱਗ ਬਾਬਾ ਪ੍ਰਿਥੀ ਚੰਦ ਜੀ ਨੂੰ ਬੰਨ੍ਹ ਦਿੱਤੀ ਗਈ ਅਤੇ ਦੂਜੀ ਗੁਰੂ ਅਰਜਨ ਦੇਵ ਜੀ ਨੂੰ ਭੇਟ ਦਿੱਤੀ ਗਈ। ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਅਰਜਨ ਲੱਧੀ। ਗੁਰਿਆਈ ਦੀ ਪੱਗ ਵੀ ਉਸ ਅੱਗੇ ਵਧ ਕੇ ਗੁਰੂ ਜੀ ਦੇ ਹੱਥੋਂ ਖੋਹ ਲਈ,
पर गुरु अर्जन देव जी शांत ते अडोल रहे। सगों फरमाया, तुसी वड्डे भरा हो, इकट्ठे पल वड्डे होए हाँ, क्षमा धारण करो, क्रोध वैर त्याग दिओ, प्यार दा वतीरा रखो, पग दा की है, लेह पाग सिर ऊपर धारिओ, मैनू निक्का वीर जानो। सारी संगत हैरान होई ते एक जवान कह उठी, निरहंकार शांत चित धीर, हरख शोक नह लेश गंभीर। पर पृथ्वी चंद जी सड़दे ही रहे। गुरु रामदास जी दे हुक्म अनुसार कि श्री अमृतसर दी पूर्ण सेवा कराउणी, गुरु अर्जन देव जी श्री अमृतसर आ गए। पृथ्वी चंद भी सारा टब्बर लैके उत्थे पुज गया। ਪਹਿਲਾਂ ਤਾਂ ਲੋਕਾਂ ਨੇ ਵਰਜਿਆ, ਪਰ ਬਾਬਾ ਮੇਹਰ ਚੰਦ ਅਤੇ ਮਾਣਕ ਚੰਦ ਜੋ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਸਨ ਨੇ ਸਮਝਾਇਆ ਕਿ ਉੱਥੇ ਜਾਣ ਦਾ ਕੋਈ ਹਰਜ ਨਹੀਂ, ਪਰ ਝਗੜਾ ਖੜਾ ਨਾ ਕਰਨਾ। ਜੋ ਪਿਤਾ ਗੁਰੂ ਰਾਮਦਾਸ ਜੀ ਆਖ ਗਏ ਹਨ ਮੰਨਣਾ ਸਾਡਾ ਫਰਜ਼ ਹੈ। ਪਰ ਪ੍ਰਿਥੀ ਚੰਦ ਇਹ ਹੀ ਕਹਿੰਦਾ ਰਿਹਾ ਕਿ ਜਿੱਥੇ ਗੁਰੂ ਅਰਜਨ ਜੀ ਜਾਵੇਗਾ ਮੈਂ ਉੱਥੇ ਹੀ ਟੱਬਰ ਲੈ ਕੇ ਜਾਵਾਂਗਾ, ਜਿੱਥੇ ਇਹ ਜਾਵਣ ਪ੍ਰਿਥੀਆ ਟੱਬਰ ਲੈ ਕੇ ਸਾਰਾ ਉੱਥੇ ਹੀ ਜਾਏ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦੇ 47 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।